ਆਰਾ ਰੇਡੀਓ 91.2 ਸਵਰ ਗੰਗਾ ਦੋਸਤੋ, ਮੈਂ ਤੁਹਾਡੀ ਦੋਸਤ ਤੇ ਹੋਸਟ ਕਰਮਜੀਤ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਰਾਮ ਰਾਮ। ਉਮੀਦ ਕਰਦੀ ਆ ਤੁਸੀਂ ਠੀਕ ਠਾਕ ਹੋਵੋਗੇ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਇਹੀ ਦੁਆ ਕਰਾਂਗੀ। ਤੇ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ ਖਾਸ ਪ੍ਰੋਗਰਾਮ ਰੌਸ਼ਨੀ ਦੀ ਕਿਰਨ। ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਸੋਮਵਾਰ ਹੈਲਥ ਮੈਂਟਲ ਹੈਲਥ ਕਾਉਂਸਲਰ ਦਿਲਬਾਗ ਸਿੰਘ ਜੀ ਸਾਡੇ ਨਾਲ ਜੁੜਦੇ ਨੇ ਤੇ ਅੱਜ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਵੀ ਆਪਣੇ ਕੁਐਸਚਨ ਸਾਨੂੰ ਭੇਜ ਸਕਦੇ ਹੋ ਜੀ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਜੁੜਨ ਵਾਸਤੇ। ਤੇ ਸਭ ਤੋਂ ਪਹਿਲਾਂ ਦਿਲਬਾਗ ਸਿੰਘ ਜੀ, ਮੈਂ ਪ੍ਰੋਗਰਾਮ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੀ। ਜੀ ਬਹੁਤ ਬਹੁਤ ਧੰਨਵਾਦ ਜੀ। ਔਰ ਆਰਾ ਰੇਡੀਓ ਦੇਖ ਰਹੇ, ਸਵਰ ਗੰਗਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ, ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਧੰਨਵਾਦ ਜੀ ਜੀ ਜੀ। ਤੇ ਅੱਜ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਦੋ ਵਿਸ਼ਿਆਂ ਤੇ, OCD ਤੇ ਡਿਪਰੈਸ਼ਨ ਦੀ। ਤੇ ਜਿਸ ਨਾਲ ਜੀ। ਕਾਫੀ ਸਾਡੇ ਸੁਣਨ ਵਾਲਿਆਂ ਨੂੰ ਇਸ ਚੀਜ਼ ਬਾਰੇ ਪਤਾ ਲੱਗਿਆ। ਕਈ ਵਾਰ ਹੁੰਦਾ ਕਿ ਸਾਨੂੰ ਇਸ ਦਾ ਗਿਆਨ ਹੀ ਨਹੀਂ ਹੁੰਦਾ, ਹਨਾ। ਹਰ ਇੱਕ ਨੂੰ ਨਹੀਂ ਹੈਗਾ ਜੀ ਗਿਆਨ ਕਿ ਇਹ ਵੀ ਇੱਕ ਜੀ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ। ਔਰ ਜੀ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਫੋਬੀਆ, ਆਈ ਥਿੰਕ ਡਰ, ਇਸ ਵਿਸ਼ੇ ਤੇ ਗੱਲ ਕਰਾਂਗੇ, ਹਨਾ। ਉਹ ਕਿਸੇ ਵੀ ਜੀ ਤਰ੍ਹਾਂ ਦਾ ਬਿਲਕੁਲ। ਸਾਡੇ ਮਨ ਦੇ ਵਿੱਚ ਭੈ ਹੁੰਦਾ। ਤੇ ਸਾਡੇ ਨਾਲ ਸਰਜੀਤ ਧਾਮੀ ਜੀ ਜੁੜ ਗਏ ਨੇ ਤੇ ਕਹਿੰਦੇ ਕਿ ਆਰਾ ਰੇਡੀਓ ਸਵਰ ਗੰਗਾ ਦੀ ਸਮੁੱਚੀ ਟੀਮ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ। ਬਿਲਕੁਲ ਬਿਲਕੁਲ ਵੈਲਕਮ ਹੈ ਜੀ। ਤੇ ਸਭ ਤੋਂ ਜੀ। ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਕਿ ਫੋਬੀਆ ਆਖਰ ਹੈ ਕੀ ਤੁਹਾਡੀ ਨਜ਼ਰ ਜੀ ਦੇ ਵਿੱਚ। ਜੀ ਜੀ ਬਿਲਕੁਲ। ਫੋਬੀਆ ਇੱਕ ਮਾਨਸਿਕ ਰੋਗ ਹੈ ਜੀ। ਔਰ ਫੋਬੀਆ ਦਾ ਜੀ ਮਤਲਬ ਇੱਕ ਛੋਟਾ ਡਰ, ਔਰ ਫੋਬੀਆ ਇੱਕ ਵੱਡਾ ਡਰ। ਔਰ ਇੱਕ ਐਸਾ ਡਰ ਜੀ ਜੀ ਜਿਹੜਾ ਕਿ ਰਿਐਲਿਟੀ ਵਿੱਚ ਐਗਜ਼ਿਸਟ ਨਹੀਂ ਕਰਦਾ, ਜੋ ਰਿਐਲਿਟੀ ਵਿੱਚ ਹੁੰਦਾ ਨਹੀਂ, ਲੇਕਿਨ ਉਹ ਆਪਾਂ ਨੂੰ ਮਹਿਸੂਸ ਹੁੰਦਾ ਔਰ ਆਪਾਂ ਨੂੰ ਲੱਗਦਾ ਹੈ ਕਿ ਹਾਂ, ਬਹੁਤ ਚੀਜ਼ਾਂ ਤੋਂ ਲੋਕ ਡਰਦੇ ਨੇ। ਔਰ ਉਹਨੂੰ ਆਪਾਂ ਜੀ ਇੱਕ ਫੋਬੀਆ ਕਹਿ ਸਕਦੇ ਹਾਂ। ਮਨ ਦੀ ਇੱਕ ਹਾਂ ਐਸੀ ਹਾਂ ਅਵਸਥਾ ਜਿਹਦੇ ਵਿੱਚ ਕੁਛ ਇੱਕ ਰੀਅਲ ਡਰ ਹੁੰਦਾ ਹੈ। ਰੀਅਲ ਡਰ, ਇੱਕ ਸਹੀ ਦਾ ਡਰ, ਕਿ ਜਿਵੇਂ ਉਚਾਈ ਤੋਂ ਇੱਕ ਜੀ ਜੀ ਡਿੱਗਣ ਦਾ ਡਰ। ਇਹ ਡਰ ਆਪਣੇ ਮਨ ਦੇ ਵਿੱਚ ਹੋਣਾ ਚਾਹੀਦਾ। ਤੇਜ਼ ਬਾਈਕ ਚਲਾਵਾਂਗੇ ਤੇ ਉਹਦਾ ਡਰ, ਫੇਲ ਹੋਣ ਦਾ ਡਰ, ਜੀ ਬਿਲਕੁਲ। ਹੋਰ ਬਹੁਤ ਸਾਰੇ ਇਦਾਂ ਦੇ ਜਿਹੜੇ ਆਪਣੇ ਡਰ ਨੇ, ਉਹ ਰੀਅਲ ਡਰ ਨੇ, ਸੱਚੇ ਡਰ ਨੇ। ਅਗਰ ਉਹ ਡਰ ਨਹੀਂ ਹੋਣਗੇ ਆਪਾਂ ਨੂੰ, ਤੇ ਆਪਾਂ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲਾਂਗੇ। ਤੇ ਇੱਕ ਬਿਲਕੁਲ ਐਸਾ ਡਰ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਹਾਈ ਲੈਵਲ ਦਾ ਡਰ ਹੁੰਦਾ ਹੈ। ਉਹਨੂੰ ਆਪਾਂ ਫੋਬੀਆ ਕਹਿ ਦਿੰਦੇ ਹਾਂ। ਕਿ ਜਿਵੇਂ ਇੱਕ ਜੀ ਜੀ ਉਚਾਈ ਤੋਂ ਡਰ ਦੀ ਗੱਲ ਕੀਤੀ, ਕਿ ਉਚਾਈ ਤੋਂ ਗਿਰਨ ਦਾ ਡਰ ਆਪਾਂ ਨੂੰ ਹੋਣਾ ਚਾਹੀਦਾ, ਲੇਕਿਨ ਉਚਾਈ ਤੋਂ ਦੇਖਣ ਦਾ ਡਰ ਨਹੀਂ ਹੋਣਾ ਚਾਹੀਦਾ। ਇਹ ਇੱਕ ਫੋਬੀਆ, ਜੀ ਇਹ ਇੱਕ ਫੋਬੀਆ। ਓਕੇ। ਤੇ ਬਿਮਾਰੀ ਲੱਗਣ ਦਾ ਡਰ, ਇੱਕ ਇਹ ਡਰ ਆਪਣੇ ਮਨ ਦੇ ਵਿੱਚ ਹੋਣਾ ਚਾਹੀਦਾ। ਇੱਕ ਸੇਫਟੀ ਬਿਹੇਵੀਅਰ ਨੂੰ ਆਪਾਂ ਕਹਿ ਸਕਦੇ ਹਾਂ। ਸੁਰੱਖਿਆਤਮਕ ਤਰੀਕਾ, ਆਪਣੇ ਅੰਦਰ ਜੋ ਦਿਮਾਗੀ ਸਮਝ ਆ, ਉਹ ਆਪਣੇ ਅੰਦਰ ਹੈ, ਹਾਂ ਤਾਂ ਹੀ ਆਪਾਂ ਇਸ ਜੀਵਨ ਨੂੰ ਸਰਵਾਈਵ ਕਰ ਸਕਦੇ ਹਾਂ, ਅੱਛੇ ਤਰੀਕੇ ਨਾਲ ਜੀ ਸਕਦੇ ਹਾਂ। ਲੇਕਿਨ ਜਿਹੜੀ ਆਪਾਂ ਅੱਜ ਜੀ ਗੱਲ ਕਰ ਰਹੇ ਹਾਂ ਫੋਬੀਆ ਬਾਰੇ, ਉਹ ਅਣਚਾਹਾ ਡਰ ਹੈ। ਉਹਦੇ ਵਿੱਚ ਕੋਈ ਰਿਐਲਿਟੀ ਨਹੀਂ ਹੁੰਦੀ, ਕੋਈ ਸੱਚਾਈ ਨਹੀਂ ਹੁੰਦੀ, ਕੋਈ ਵਾਸਤਵਿਕਤਾ ਨਹੀਂ ਹੁੰਦੀ। ਉਹ ਮਨ ਦਾ ਡਰ ਹੁੰਦਾ। ਜੀ ਜੀ ਬਿਲਕੁਲ। ਹਾਂਜੀ। ਓਕੇ। ਔਰ ਤੇ ਉਹਨੂੰ ਆਪਾਂ ਇੱਕ ਫੋਬੀਆ ਕਹਿ ਸਕਦੇ ਹਾਂ। ਜਾਂ ਹੋਰ ਵੀ ਇਹਦੇ ਵਿੱਚ ਮੈਂ ਐਡ ਕਰਨਾ ਚਾਹਾਂਗੀ, ਪਾਣੀ ਤੋਂ। ਪਾਣੀ ਤੋਂ ਵੀ ਜੀ ਡਰ ਹੁੰਦਾ ਹਨਾ ਬਹੁਤ ਸਾਰੇ ਲੋਕਾਂ ਨੂੰ। ਜੀ ਔਰ ਇਹਦੇ ਬਹੁਤ ਸਾਰੇ ਕਾਕਰੋਚ, ਪ੍ਰਕਾਰ ਨੇ। ਹਾਂਜੀ। ਕਾਕਰੋਚ, ਛਿਪਕਲੀ ਤੋਂ ਡਰ ਲੱਗਣਾ, ਛਿਪਕਲੀ, ਬਿਲਕੁਲ। ਉਹ ਤੋਂ ਮੈਨੂੰ ਜੀ ਲੱਗਦਾ, ਤਾਂ ਮੈਨੂੰ ਯਾਦ ਆ ਗਿਆ ਕਿ ਹਮ ਰੀਅਲ ਚ ਉਹ ਨੁਕਸਾਨ ਤਾਂ ਪਹੁੰਚਾਉਂਦੇ ਆ। ਜੇ ਅਸੀਂ ਨਾ ਡਰੀਏ ਤਾਂ ਕੀ ਏਦਾਂ ਹੁੰਦਾ ਕਿ ਨਹੀਂ ਹੁੰਦਾ ਤੁਹਾਡੀ ਨਜ਼ਰ? ਨਹੀਂ, ਦੇਖੋ, ਉਹ ਡਰ ਹੋਣਾ ਸਹੀ ਆ। ਉਹ ਡਰ ਜੀ ਹੋਣਾ ਸਹੀ ਆ, ਕਿਉਂਕਿ ਉਹਦੇ ਵਿੱਚ ਆਪਾਂ ਇੱਕ ਸੇਫਟੀ ਬਿਹੇਵੀਅਰ, ਮੈਂ ਇੱਕ ਸ਼ਬਦ ਵਰਤਿਆ ਹੈ ਪਿੱਛੇ, ਕਿ ਇੱਕ ਸੇਫਟੀ ਬਿਹੇਵੀਅਰ, ਸੁਰੱਖਿਆਤਮਕ ਤਰੀਕਾ, ਕਿ ਆਪਣੇ ਮਾਈਂਡ ਦੀ, ਦਿਮਾਗ ਨੂੰ ਇੱਕ ਸਮਝ ਆ ਜਿਹੜੀ, ਕਿ ਆਪਾਂ ਉਸ ਕੋਕਰੇਚ ਤੋਂ, ਉਸ ਸੱਪ ਤੋਂ, ਉਸ ਛਿਪਕਲੀ ਤੋਂ, ਅਗਰ ਉਹ ਡਰ ਨਹੀਂ ਹੈ ਆਪਾਂ ਨੂੰ, ਕਿ ਕੋਈ ਬੰਦਾ ਕਵੇ ਕਿ ਮੈਂ ਜੀ ਨਹੀਂ ਡਰਦਾ, ਉਹ ਨੁਕਸਾਨ ਕਰ ਸਕਦਾ ਹਾਂ ਹਾਂ ਆਪਾਂ ਨੂੰ, ਆਪਣੀ ਬੋਡੀ ਨੂੰ ਨੁਕਸਾਨ ਕਰ ਜੀ ਸਕਦਾ। ਉੱਥੋਂ ਤੱਕ ਠੀਕ ਆ। ਜੀ ਜੀ ਲੇਕਿਨ ਅਗਰ ਆਪਾਂ ਉਹਨੂੰ ਸਿਰਫ ਦੇਖ ਕੇ ਹੀ ਡਰ ਰਹੇ ਹਾਂ, ਉਹ ਇੱਕ ਨੋਰਮਲ ਡਰ ਨਹੀਂ ਆ, ਉਹ ਅਬਨੋਰਮਲ ਡਰ ਆ। ਉਹਨੂੰ ਆਪਾਂ ਫੋਬੀਆ ਕਹਿ ਸਕਦੇ ਹਾਂ, ਕਿ ਸਿਰਫ ਦੇਖ ਕੇ ਡਰ ਜਾਣਾ, ਜਾਂ ਆਸ-ਪਾਸ ਹੋਣ ਤੋਂ ਜੀ ਡਰ ਜਾਣਾ। ਕਿਸੇ ਨੂੰ ਉਚਾਈ ਦੇਖ ਕੇ ਡਰ ਲੱਗਣਾ, ਫਿਰ ਕਿਸੇ ਨੂੰ ਡੌਗ ਤੋਂ ਡਰ ਲੱਗਣਾ, ਕੁੱਤੇ ਤੋਂ ਡਰ ਲੱਗਣਾ, ਕਿ ਅਗਰ ਉਹ ਕੁੱਤਾ ਕੱਟੇਗਾ ਤੇ ਮੈਨੂੰ ਕੋਈ ਰੈਬਿਜ਼ ਹੋ ਜਾਏਗਾ, ਕੋਈ ਬਿਮਾਰੀ ਲੱਗ ਜਾਏਗੀ। ਉਹ ਫੋਬੀਆਜ਼। ਜਾਂ ਅੰਧੇਰੇ ਤੋਂ ਡਰ ਲੱਗਣਾ,
ਹਾਂਜੀ, ਜਾਂ घर ਦੇ ਵਿੱਚ ਹੀ ਕਿਸੇ ਉੱਚੀ ਆਵਾਜ਼ ਤੋਂ ਡਰ लगना कि ज्यादा कोई आवाज आई, जी खड़कन की आवाज आई, कोई होर चीज ने आवाज की, ਉਹਨੂੰ ਆਪਾਂ ਫੋਬੀਆ ਦੀ जी ਫਾਰਮ ਕਹਿ ਸਕਦੇ ਹਾਂ। ਔਰ ਇੱਕ ਬਹੁਤ ਹੀ ਗਹਿਰੇ ਦੇ ਵਿੱਚ ਜਦੋਂ ਇਹ ਬਹਿ ਜਾਂਦੀ ਹੈ ਗੱਲ, ਤੇ ਉਹ ਇੱਕ ਬਿਮਾਰੀ ਦਾ ਰੂਪ ਬਣ ਜਾਂਦੀ ਹੈ ਜੀ। ਜੀ ਤੇ ਇਹਦੇ ਕਾਰਨ ਕੀ ਹੋ ਸਕਦੇ ਆ? ਬਚਪਨ ਤੋਂ ਜਾਂ ਇਹਦੇ ਜਨਮ ਤੋਂ, ਜਾਂ ਕੋਈ ਏਜ ਦਾ ਫੈਕਟਰ ਇੱਥੇ ਕੰਮ ਕਰਦਾ? ਜੀ ਬਿਲਕੁਲ ਬਿਲਕੁਲ, ਤੁਸੀਂ ਬਹੁਤ ਵੱਡੀ ਵਧੀਆ ਗੱਲ ਕਹੀ ਕਿ ਬਚਪਨ ਤੋਂ ਹੀ ਲੈ ਕੇ ਜੋ ਆਪਣੇ ਮਾਈਂਡ ਦੀ ਜਿਹੜੀ ਕੰਡੀਸ਼ਨਿੰਗ ਕੀਤੀ ਜਾਂਦੀ ਆ, ਮੈਂ ਦੋ ਤਿੰਨ ਕੇਸ ਤੁਹਾਡੇ ਨਾਲ ਸ਼ੇਅਰ ਕਰੂੰਗਾ, ਔਰ ਜਿਹਦੇ ਨਾਲ ਜੀ ਤੁਹਾਨੂੰ ਇਹਦੇ ਕਾਰਨ ਜਿਹੜੇ ਨੇ ਉਹ ਪਤਾ ਲੱਗਣਗੇ। ਸਭ ਤੋਂ ਪਹਿਲਾਂ ਤੇ ਇੱਕ ਲੜਕੀ ਦਾ ਕੇਸ ਹੈ, ਅਸੀਂ ਹੁਣੇ ਹੁਣੇ ਜਿਵੇਂ ਸੋਲਵ ਕੀਤਾ, ਔਰ ਉਹਨਾਂ ਨੂੰ ਜੀ ਇੱਕ ਫੋਬੀਆ ਸੀ ਆਪਣੇ ਹੀ ਇੱਕ ਘਰ ਦੇ ਬਾਕਸ ਤੋਂ, ਕਿ ਇੱਕ ਐਲਮੀਰਾ ਹੁੰਦੀ ਆ, ਓ ਆਪਣੇ ਘਰੇ ਅਲਮਾਰੀ ਹੁੰਦੀ ਆ, ਔਰ ਉਹਨੂੰ ਖੋਲਣ ਤੋਂ ਅੱਛਾ ਹੀ ਡਰ ਸੀਗਾ ਕਿ ਉਹ ਨਹੀਂ ਸੀ ਖੋਲਦੇ। ਉਹਦਾ ਇੱਕ ਰੀਜਨ ਸੀ, ਉਹਦੇ ਪਿੱਛੇ ਦਾ ਹੁਣ ਰੀਜਨ ਤੁਸੀਂ ਜਾਣਿਓ, ਤੇ ਉਸ ਤੋਂ ਬਾਅਦ ਤੁਹਾਨੂੰ ਇਹਦਾ ਕਾਰਨ ਆਪਣੇ ਆਪ ਹੀ ਪਤਾ ਲੱਗ ਜਾਊਗਾ। ਕਿ ਜਦੋਂ ਉਹ ਛੋਟੇ ਹੁੰਦੇ ਸੀ, ਅੱਜ ਉਹਨਾਂ ਦੀ ਏਜ ਘੱਟ ਤੋਂ ਘੱਟ ਤੁਸੀਂ 22 ਤੋਂ 23 ਸਾਲ 24 ਸਾਲ ਦੇ ਵਿੱਚ ਹੈਗੀ ਆ, ਤੇ ਜਦੋਂ ਉਹ ਜੀ ਛੋਟੇ ਸੀਗੇ ਤੇ ਉਦੋਂ ਉਹਨਾਂ ਨਾਲ ਕੋਈ ਸੈਕਸੁਅਲ ਅਬਿਊਜ਼ ਹੋਇਆ ਸੀ, ਕਿਸੇ ਰਿਲੇਟਿਵ ਨੇ ਉਹਨਾਂ ਨਾਲ ਕੋਈ ਗਲਤ ਟੱਚ ਓ ਕਰਨ ਮਾਈ ਦੀ ਗॉड ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਕੋਈ ਸੈਕਸ਼ੁਅਲੀ ਹਰੈਸ਼ਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਉਹਨਾਂ ਦਾ ਉਹ ਡਰ ਵੱਧ ਗਿਆ। ਤੇ ਹੁਣ ਉਹ ਆਪਣੇ ਘਰ ਦੇ ਅੰਦਰ, ਘਰ ਦੀਆਂ ਚੀਜ਼ਾਂ ਤੋਂ, ਘਰ ਦੇ ਸਦੱਸਿਆਂ ਤੋਂ, ਜਾਂ ਕਿਸੇ ਵੀ ਬਾਹਰੀ ਮੈਂਬਰ ਨੂੰ ਜਦੋਂ ਉਹ ਮਿਲਦੇ ਨੇ, ਤੇ ਉਹਨਾਂ ਨੂੰ ਉਹ ਡਰ ਲੱਗਦਾ ਹੈ ਕਿ ਉਹ ਚੀਜ਼ ਹੁਣ ਵੀ ਉਹਨਾਂ ਨਾਲ ਹੋ ਸਕਦੀ ਹੈ। ਫਿਰ ਉਹ, ਓ ਜਿਵੇਂ ਪਿੱਛੇ ਆਪਾਂ ਇੱਕ ਸੈਸ਼ਨ ਕੀਤਾ ਸੀ OCD ਤੇ, ਫਿਰ ਇਹੀ ਕਾਰਨ OCD ਦੇ ਵਿੱਚ ਵੀ ਕਨਵਰਟ ਹੋ ਜਾਂਦਾ ਹੈ। ਫਿਰ ਉਹ ਕਿਸੇ ਵੀ ਹੱਥ ਲਾਉਣ ਤੋਂ ਡਰਨਗੇ। OCD ਦਾ ਵੀ ਇਹ ਕਾਰਨ ਹੈ ਤੇ ਫੋਬੀਆ ਦਾ ਵੀ ਇਹ ਕਾਰਨ ਹੈ। ਔਰ ਉਸ ਤੋਂ ਦੂਜਾ ਇੱਕ ਹੋਰ ਤੁਹਾਡੇ ਨਾਲ ਕੇਸ ਮੈਂ ਸ਼ੇਅਰ ਕਰਨਾ ਚਾਹੂੰਗਾ। ਇੱਕ 40 ਤੋਂ 45 ਸਾਲ ਦੀ ਏਜ ਦੇ ਸਾਡੇ ਸੈਂਟਰ ਦੇ ਵਿੱਚ ਇੱਕ ਮਹਾਰਾਸ਼ਟਰ ਤੋਂ ਇੱਕ ਬੰਦਾ ਆਇਆ ਸੀ, ਤੇ ਜੀ ਉਹਨਾਂ ਦੇ ਜਿਹੜੇ ਪਰਿਵਾਰਿਕ ਹਾਲਾਤ ਸੀਗੇ, ਉਹਨਾਂ ਨੂੰ ਜਿਹੜੀ ਜੌਬ ਜਿਹੜੀ ਮਿਲੀ ਸੀ ਉਹ ਕਾਫੀ ਦੇਰ ਤੋਂ ਮਿਲੀ ਸੀ, ਲੇਟ ਮਿਲੀ। ਹੁਣ ਉਹ ਗਵਰਨਮੈਂਟ ਜੌਬ ਤੇ ਨੇ ਉਹ, ਲੇਕਿਨ ਜਿੰਨਾ ਤੱਕ ਉਹਨਾਂ ਨੂੰ ਜੌਬ ਨਹੀਂ ਮਿਲੀ, ਉਹਨਾਂ ਤੱਕ ਉਹਨੂੰ ਟੌਰਚਰ ਕੀਤਾ ਜਾਂਦਾ ਸੀ ਘਰ ਦੇ ਵਿੱਚ, ਕਿ ਤੂੰ ਨਿਕੰਮਾ ਹੈ, ਤੂੰ ਕੁਛ ਨਹੀਂ ਕਰ ਸਕਦਾ, ਤੂੰ ਐਵੇਂ ਦਾ ਹੈ, ਮਤਲਬ ਐਵੇਂ ਦੀਆਂ ਗੱਲਾਂ ਕਹਿ ਕੇ ਉਹਨਾਂ ਨੂੰ ਤਾਨਾ ਮਾਰਿਆ ਜਾਂਦਾ ਸੀ। ਤੇ ਉਹਨਾਂ ਦੀ ਜਦੋਂ ਕੇਸ ਹਿਸਟਰੀ ਲਈ ਗਈ, ਤੇ ਉਹਨਾਂ ਦੀ ਇੱਕ ਮਦਰ ਦੇ ਵਿੱਚ, ਉਹਨਾਂ ਦੇ ਆਪ ਦੇ, ਉਹਨਾਂ ਦੀ ਮਦਰ ਦੇ ਵਿੱਚ ਇੱਕ ਰਿਸ਼ਤੇ ਦੇ ਵਿੱਚ ਬਹੁਤ ਵੱਡਾ ਕੌਨਫਲਿਕਟ ਸੀ, ਇੱਕ ਟਕਰਾਵ ਸੀ। ਓ ਤੇ ਉਹ ਜਦੋਂ ਵਾਰ-ਵਾਰ ਉਹ ਗੱਲਾਂ ਉਹਨਾਂ ਨੂੰ ਸੁਣੀਆਂ ਉਹਨਾਂ ਨੇ, ਉਹਨਾਂ ਨੂੰ ਜੀ ਜੀ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਜਿਵੇਂ ਉਹਨਾਂ ਨੇ ਵਾਰ-ਵਾਰ ਸੁਣੀਆਂ, ਉਹ ਗੱਲਾਂ ਨੂੰ ਸਾਹਮਣਾ ਕਰਨਾ ਪਿਆ। ਤੇ ਆਖਰ ਤੇ ਕੀ ਉਹ ਫੋਬੀਆ ਕਿਵੇਂ ਬਣਿਆ? ਉਸ ਫੋਬੀਆ ਨੇ, ਉਹਨਾਂ ਗੱਲਾਂ ਨੇ ਇੱਕ ਕੁੱਤੇ ਦਾ ਰੂਪ ਲੈ ਲਿਆ। ਕੁੱਤੇ ਦਾ ਰੂਪ, ਕਿ ਉਹ ਬੰਦਾ ਇੱਕ ਛੋਟਾ ਪੱਪੀ ਹੁੰਦਾ, ਜਿਹੜਾ ਛੋਟਾ ਜਿਹਾ, ਜਦੋਂ ਹਾਂ ਅਸੀਂ ਥੈਰੇਪੀਜ਼ ਕੀਤੀ, ਐਕਸਪੋਜ਼ਰ ਕੀਤੇ, ਔਰ ਉਹ ਛੋਟੇ ਪੱਪੀ ਤੋਂ ਵੀ ਡਰ ਰਿਹਾ। ਵੱਡਾ ਕੁੱਤਾ ਤੇ ਉਹਦੇ ਲਈ ਤੇ ਪਹਾੜ ਵਰਗੀ ਗੱਲ ਸੀ, ਵੱਡੇ ਕੁੱਤੇ ਦੀ ਤੇ ਆਪਾਂ ਗੱਲ ਹੀ ਨਹੀਂ ਕਰਦੇ। ਇੱਕ ਛੋਟਾ ਪੱਪੀ, ਜਿਹੜਾ ਮੰਨ ਕੇ ਚਲੋ 1 ਦਿਨ ਦਾ, 2 ਦਿਨ ਦਾ, 1 ਮਹੀਨੇ ਦਾ ਲਾ ਲਓ। ਤੇ ਇਹ ਗੱਲਾਂ ਜਿਹੜੀਆਂ ਨੇ ਬਹੁਤ ਮੈਟਰ ਕਰਦੀਆਂ ਨੇ, ਆਪਣੀ ਮਾਈਂਡ ਨੂੰ ਕੰਡੀਸ਼ਨਿੰਗ ਕਰਦੀਆਂ ਨੇ, ਕਿ ਆਪਾਂ ਆਪਣੇ ਆਪ ਨੂੰ ਕਿਸ ਮਾਹੌਲ ਵਿੱਚ ਰੱਖ ਰਹੇ ਹਾਂ, ਆਪਾਂ ਆਪਣੇ ਆਪ ਨੂੰ ਕੀ ਕਹਿ ਰਹੇ ਹਾਂ। ਇਹ ਬਹੁਤ ਮੈਟਰ ਕਰਦਾ। ਪਰਿਵਾਰਿਕ ਹਾਲਾਤ ਮੈਟਰ ਕਰਦੇ ਨੇ, ਕੋਈ ਸਿਚੁਏਸ਼ਨ ਇਦਾਂ ਦੀ ਮੈਟਰ ਕਰਦੀ ਹੈ ਜਿਹਦੇ ਵਿੱਚ ਤੁਸੀਂ ਗਏ ਹੋ, ਬਹੁਤ ਜ਼ਿਆਦਾ ਡਰ ਗਏ ਹੋ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਸਿਚੁਏਸ਼ਨ, ਉਹੀ ਹਾਲਾਤ, ਮਾਹੌਲ ਤੁਹਾਡਾ ਕਿਸੇ ਵੱਡੇ ਫੋਬੀਏ ਦਾ ਇੱਕ ਰੂਪ ਜੋ ਹੈ ਉਹ ਲੈ ਸਕਦਾ। ਜੀ ਜੀ ਤੇ ਇਹੋ ਜਿਹੇ ਕੇਸ ਤਾਂ ਬਹੁਤ ਡੀਪ ਸਟੱਡੀ ਮੰਗਦੇ ਹੋਣਗੇ, ਤੇ ਬਹੁਤ ਸਮਾਂ ਵੀ। ਕੀ ਮਤਲਬ ਜੀ ਘਰਦਿਆਂ ਦਾ ਬਿਲ ਸਾਥ ਮਿਲਿਆ ਇਹ ਕੇਸ ਸੋਲਵ ਹੋਏ, ਜੋ ਤੁਹਾਡੇ ਕੋਲ ਜੀ ਆਏ ਉਹਨਾਂ ਦੀ, ਦੋਨੋਂ ਕੇਸ? ਜੀ ਬਿਲਕੁਲ, ਜਿਵੇਂ ਮੈਂ ਲੜਕੀ ਦੀ ਗੱਲ ਕੀਤੀ, ਉਹਨਾਂ ਨੇ ਵੀ ਆਪਣੀ ਸ਼ੁਰੂਆਤ ਤੋਂ ਆਪਣੀ ਫੈਮਿਲੀ ਨੂੰ ਨਹੀਂ ਸੀ ਦੱਸਿਆ ਕਿ ਮੈਨੂੰ ਕੀ ਪ੍ਰੋਬਲਮ ਆ, ਮੇਰੇ ਨਾਲ ਕੀ ਹੋਇਆ। ਉਹ ਕੱਲੇ ਘੁੱਟ ਰਹੇ ਸੀ, ਔਰ ਪਰੇਸ਼ਾਨ ਹੋ ਰਹੇ ਸੀ। ਅੱਛਾ ਆਖਰ ਤੇ ਜਦੋਂ ਉਹਨਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ, ਸਾਹਮਣੇ ਆਉਣ ਲੱਗ ਗਏ, ਉਹਨਾਂ ਦੇ ਸਿੰਪਟਮ ਸਾਹਮਣੇ ਆਉਣ ਲੱਗ ਗਏ, ਉਹ ਰਿਐਕਸ਼ਨ ਕਰਨ ਲੱਗ ਗਏ, ਤੇ ਉਹਨਾਂ ਨੇ ਪੁੱਛਿਆ ਵੀ ਤੈਨੂੰ ਪ੍ਰੋਬਲਮ ਕੀ ਹੋ? ਫਿਰ ਜਾ ਕੇ ਉਹਨਾਂ ਨੇ, ਫਿਰ ਮੇਰੇ ਨਾਲ, ਆਪਣੀ ਪੂਰੀ ਫੈਮਿਲੀ ਨਾਲ ਜਦੋਂ ਉਹ ਗੱਲ ਸ਼ੇਅਰ ਕੀਤੀ, ਤੇ ਉਹਨਾਂ ਦੀ ਅੱਧੀ ਪ੍ਰੋਬਲਮ ਤੇ ਸ਼ੇਅਰ ਕਰਨ ਨਾਲ ਹੀ ਸੋਲਵ ਹੋ ਗਈ। ਫਿਰ ਉਹ ਥੋੜਾ ਜਿਹਾ ਇੱਕ ਪ੍ਰੋਸੈਸ ਹੁੰਦਾ, ਉਹਦਾ ਆਪਾਂ ਇਲਾਜ, ਉਹਦਾ ਜਿਹੜਾ ਹੈ ਕੀਤਾ ਜਾਂਦਾ। ਤੇ ਦੂਜੇ ਕੇਸ ਦੇ ਵਿੱਚ ਉਹਨਾਂ ਦੀ ਵਾਈਫ ਨੇ ਬਹੁਤ ਸਪੋਰਟ ਕੀਤੀ, ਕਿ ਉਹਨਾਂ ਦੀ ਵਾਈਫ ਉਹਨੂੰ ਬਹੁਤ ਅੱਛੀ ਮਿਲੀ, ਉਹਨਾਂ ਨੇ ਉਹਦੀ ਗੱਲ ਨੂੰ ਸੁਣਿਆ, ਉਹਦੀ ਵਾਈਫ ਉਹਨੂੰ ਸਾਡੇ ਕੋਲ ਲੈ ਕੇ ਆਏ। ਉਹਨਾਂ ਨੇ ਸਾਡਾ ਕੋਈ ਵੀਡੀਓ ਦੇਖਿਆ, ਤੇ ਉਹਨਾਂ ਦੀ ਵਾਈਫ ਸਾਡੇ ਕੋਲ ਲੈ ਕੇ ਆਏ। ਉਹ ਫੁੱਲੀ ਸਪੋਰਟ ਕਰਦੇ, ਲਵਿੰਗ, ਕੇਅਰਿੰਗ ਪਰਸਨ ਸੀਗੇ। ਤੇ ਇਹ ਚੀਜ਼ ਦਾ ਹੋਣਾ ਬਹੁਤ ਜ਼ਰੂਰੀ ਆ, ਫੈਮਿਲੀ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਆ। ਤੇ ਉਸ ਪਰਸਨ ਨੂੰ
ਮੰਨ ਕੇ ਚੱਲੋ ਕੁਝ ਹੀ ਦਿਨਾਂ ਦੇ ਵਿੱਚ ਬਾਹਰ ਲੈ ਕੇ ਆਇਆ ਗਿਆ। ਕਿਆ ਬਾਤ, ਜੀ ਕਿਆ ਬਾਤ, ਬਹੁਤ ਖੂਬ। ਚੰਗਾ ਲੱਗਦਾ ਜਦੋਂ ਤੁਹਾਨੂੰ ਵੀ ਉਹ ਸਮੇਂ ਦੀ ਜਿਹੜੀ ਫੀਲਿੰਗ ਹੁੰਦੀ ਹੋਣੀ ਹੈ ਨਾ, ਕੋਈ ਵੀ ਇਸ ਤਰ੍ਹਾਂ ਦਾ ਕੇਸ ਆਉਂਦਾ ਹੈ ਔਰ ਕਈ ਵਾਰ ਜ਼ਿੰਦਗੀ ਤੋਂ ਹਾਰ ਵੀ ਜਾਂਦਾ ਮਨੁੱਖ, ਹੈ ਨਾ, ਇਸੇ ਚੀਜ਼ ਨੂੰ ਜੀ ਲੈ ਕੇ ਕਿ ਬਿਲਕੁਲ ਉਹ ਬਿਲਕੁਲ ਸਮਝ ਨਹੀਂ ਪਾਉਂਦਾ। ਇਹ ਵੱਡੀ ਗੱਲ ਆ ਸਮਝ ਕਿ ਨਹੀਂ ਪਾਉਂਦਾ, ਸਮਝਣਾ ਬਹੁਤ ਜ਼ਰੂਰੀ ਹੈ ਕਿ ਪ੍ਰੋਬਲਮ ਹੈ ਆਖਰ ਜ਼ਰੂਰੀ ਹੈ। ਹੈ ਕਿੱਥੇ, ਹੈ ਨਾ। ਤੇ ਨਹੀਂ ਇਹਦੇ ਤਾਂ ਵਿੱਚ ਫਿਰ ਇੱਕ ਹਮ ਇਹਦੇ ਵਿੱਚ ਜੀ ਤੁਹਾਡੇ ਨਾਲ ਇੱਕ ਗੱਲ ਮੈਂ ਹੋਰ ਸ਼ੇਅਰ ਕਰਨਾ ਚਾਹੁੰਦਾ ਕਿ ਸਰੀਰਕ ਜੀ ਸਮਰੱਥਾ ਹੁੰਦੇ ਹੋਏ ਵੀ ਉਹ ਇਨਸਾਨ ਇੱਕ ਕਿਸੇ ਵੀ ਐਸੀ ਚੀਜ਼ ਦਾ ਸਾਹਮਣਾ ਨਹੀਂ ਕਰ ਸਕਦਾ ਜਿਹੜੀ ਜਿਹੜੀ ਉਹਦੀ ਸਰੀਰ ਦੀ ਸਾਹਮਣਾ ਕਰਨ ਦੀ ਉਹਦੀ ਸਮਰੱਥਾ ਹੈਗੀ ਆ। ਕਿ ਇੱਕ ਕੁੱਤੇ ਨੂੰ ਉਹ ਹਮ ਫੜ ਵੀ ਸਕਦਾ ਹੈ, ਉਹਦਾ ਸਾਹਮਣਾ ਵੀ ਕਰ ਸਕਦਾ ਹੈ, ਲੇਕਿਨ ਉਹ ਸਮਰੱਥਾ ਹੁੰਦੇ ਹੋਏ ਵੀ, ਸਰੀਰਕ ਸਮਰੱਥਾ ਹੁੰਦੇ ਹੋਏ ਵੀ ਮਾਨਸਿਕ ਸਮਰੱਥਾ ਤੋਂ ਉਹ ਬਿਲਕੁਲ ਅਸਤ ਵਿਅਸਤ ਹੋ ਜਾਂਦਾ ਹੈ। ਕਿ ਉਹ ਸક્ષਮ ਆ ਔਰ ਉਹਨਾਂ ਮੈਨੂੰ ਚੀਜ਼ਾਂ ਨੂੰ ਸਾਹਮਣਾ ਕਰਨ ਦਾ, ਉਹਨਾਂ ਨੂੰ ਟੱਚ ਕਰਨ ਦਾ, ਉਹਨਾਂ ਨੂੰ ਛੂਹਣ ਦਾ, ਉਹਨਾਂ ਨੂੰ ਦੇਖਣ ਦਾ, ਲੇਕਿਨ ਇੱਕ ਸਿਰਫ ਮਨ ਦੇ ਵਿਚਾਰ ਦੇ ਜੋ ਅੰਦਰ ਗਿਆ ਹੈ ਉਸੇ ਤੋਂ ਉਹ ਪਰੇਸ਼ਾਨ ਹੋ ਜਾਂਦੇ ਆ। ਤੇ ਇੱਕ ਗੱਲ ਸਰੀਰਕ ਮੈਂ ਸਮਰੱਥਾ ਤੋਂ ਵੀ ਜੀ 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 ਪਲੀਜ਼ ਜੀ ਬਿਲਕੁਲ, ਪਲੀਜ਼ ਜਦੋਂ ਤਾਂ ਕੋਈ ਸਰੀਰਕ ਤੌਰ ਤੇ ਬਿਮਾਰੀ ਆਉਂਦੀ ਹੈ ਤਾਂ ਆਪਾਂ ਨੂੰ ਜਲਦੀ ਪਤਾ ਲੱਗ ਜਾਂਦਾ ਹੈ ਨਾ, ਵੀ ਮੈਨੂੰ ਫੀਵਰ ਹੂੰ ਹੈ ਜਾਂ ਕਿਤੇ ਬੋਡੀ 'ਚ ਕਿਤੇ ਪੇਨ ਹੋ ਰਿਹਾ ਜਾਂ ਸਿਰ 'ਚ ਦਰਦ ਹੈਗਾ, ਹਨਾ। ਤੇ ਪਰ ਇਹਨੂੰ ਸਮਝਣਾ ਬੜਾ ਔਖਾ ਹੈ। ਬਹੁਤ ਡਿਪਰੈਸ਼ਨ ਮੁਸ਼ਕਿਲ ਹੈ ਹੋ ਜੀ, ਗਿਆ, ਸਹੀ ਗੱਲ ਹੈ। ਫੋਬੀਆ ਹੋ ਗਿਆ, ਕਿਉਂਕਿ ਜਾਗਰੂਕ ਨਹੀਂ ਨੇ ਲੋਕ, ਹਨਾ। ਇਸ ਦੇ ਜਾਗਰੂਕ ਨਹੀਂ ਪ੍ਰਤੀ ਬਹੁਤ ਸਾਰੀਆਂ, ਮੈਂ ਸੋਚਦੀ ਹਾਂ ਕਿ ਹੁਣ ਸਾਡੇ ਕੋਲ ਬਹੁਤ ਸਾਰੇ ਸੋਰਸ ਹੈਗੇ, ਜਿਵੇਂ ਮੰਨ ਲਓ ਤੁਸੀਂ YouTube ਤੇ ਜਾਂ ਤੁਹਾਡੇ ਵਰਗੇ ਹੀ ਹੋਰ ਇਸ ਤਰ੍ਹਾਂ ਦੇ ਕਾਉਂਸਲਰ ਜੋ ਵੀ ਇਹ ਚੀਜ਼ਾਂ ਨਾਲ ਜੁੜੇ ਹੋਏ ਨੇ ਉਹ ਕਰਦੇ ਨੇ, ਔਰ ਇਸ ਤੋਂ ਸਾਨੂੰ ਪਤਾ ਲੱਗ ਰਿਹਾ ਹੈ, ਹਨਾ। ਤੇ ਜੋ ਜੀ ਪੜ੍ਹੇ ਜੀ ਲਿਖੇ, ਜ਼ਰੂਰੀ ਨਹੀਂ ਕਿ ਅਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹਾਂ ਤੇ ਸਾਨੂੰ ਹਰ ਚੀਜ਼ ਦੀ ਨੌਲੇਜ ਹੋਵੇ, ਹਨਾ। ਤੇ ਜੀ ਇਹ ਚੀਜ਼ਾਂ ਬਾਰੇ ਸਾਰਿਆਂ ਨੂੰ ਨਹੀਂ ਪਤਾ ਹੁੰਦਾ, ਤੇ ਹੁਣ ਇਹਦੇ ਨਾਲ ਜੀ ਜਾਗਰੂਕਤਾ ਬਿਲਕੁਲ ਆਏਗੀ। ਔਰ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਆਪਾਂ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ, ਕਿਉਂਕਿ ਆਪਣੇ ਨਾਲ ਬਹੁਤ ਸਾਰੇ ਦੋਸਤ ਜੁੜਦੇ ਨੇ ਔਰ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜੀ ਪਤਾ ਲੱਗਦਾ ਹੈ। ਹੋ ਸਕਦਾ ਉਹਨਾਂ ਨਾਲ, ਜੀ ਜਿਵੇਂ ਬਿਲਕੁਲ ਕੁਐਸਚਨ ਆਇਆ ਸੀ ਸਵਰਨ ਹਸਤੇਵਾਲੀਆ ਜੀ ਦਾ, ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਹੋਣਾ, ਦੇਖੋ ਪਲੀਜ਼ ਔਰ ਜੀ ਜਵਾਬ ਬਿਲਕੁਲ ਦਿਓ। ਬਿਲਕੁਲ। ਉਹ ਕਹਿ ਰਹੇ ਨੇ ਕਿ ਮੈਨੂੰ ਕੁੱਤਿਆਂ ਤੋਂ ਬਹੁਤ ਡਰ ਲੱਗਦਾ ਹੈ, ਮੈਂ ਕੁੱਤਿਆਂ ਤੋਂ ਡਰ ਕਾਰਨ ਆਪਣੇ ਘਰ ਤੋਂ ਬਾਹਰ ਬਹੁਤ ਹੀ ਘੱਟ ਨਿਕਲਦਾ ਹਾਂ। ਤੇ ਸਤਿਕਾਰਯੋਗ ਸਰ ਜੀ, ਹੂੰ ਤੇ ਇਹਦਾ ਹੂੰ ਇਹਨਾਂ ਨੂੰ ਰੀਜ਼ਨ ਦੱਸਣਾ ਪਊਗਾ ਕਿ ਇਹਦਾ ਰੀਜ਼ਨ ਕੀ ਆ, ਕੀ ਕਾਰਨ ਉਹਨਾਂ ਨੂੰ ਲੱਗਦਾ ਹੈ। ਇੱਕ ਕੁੱਤੇ ਤੋਂ ਡਰ ਆ ਕਿ ਇਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਹੂੰ ਕੁੱਤਾ ਕੱਟ ਜਾਏਗਾ, ਕੁੱਤੇ ਕੱਟਣ ਤੋਂ ਬਾਅਦ ਉਹਨਾਂ ਨੂੰ ਹੂੰ ਨੈਕਸਟ ਸਟੈਪ ਅਗਲਾ ਜਿਹੜਾ ਉਹ ਲੱਗਦਾ ਕਿ ਉਹ ਰੈਬੀਜ਼ ਹੋ ਜਾਏਗਾ, ਤੇ ਉਹ ਚੀਜ਼ ਇਹਨਾਂ ਨੂੰ ਕਲੀਅਰ ਕਰਨੀ ਹੂੰ ਪਊਗੀ। ਹਾਂਜੀ ਜੀ 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 ਜੀ। ਤੇ ਇਹ ਤਾਂ ਬਹੁਤ ਸਾਰਿਆਂ ਨਾਲ ਹੁੰਦੀ ਹੈ ਇਹ ਗੱਲਾਂ, ਪਰ ਅਸੀਂ ਸੋਚਦੇ ਹਾਂ ਕਿ ਬਹੁਤ ਲਾਈਟਲੀ ਲੈ ਲੈਂਦੇ ਹਾਂ, ਹਨਾ, ਇਹਨਾਂ ਚੀਜ਼ਾਂ ਨੂੰ। ਜੀ ਬਈ ਇਹਦੇ ਵਿੱਚ ਇਹ ਤਾਂ ਮੈਂ ਆਮ ਹੁੰਦਾ ਹੀ। ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹੁੰਦਾ ਜੋ ਬਹੁਤ ਇੰਪੋਰਟੈਂਟ ਆ, ਜ਼ਰੂਰੀ ਆ, ਕਿ ਜਦੋਂ ਜੀ ਜੀ ਆਪਾਂ ਨੂੰ ਜੀ ਇਹਨਾਂ ਚੀਜ਼ਾਂ ਬਾਰੇ ਸਮਝ ਨਹੀਂ ਹੁੰਦੀ ਔਰ ਆਪਣੀ ਅੰਦਰੋਂ ਭਾਵਨਾਵਾਂ ਇਦਾਂ ਦੀਆਂ ਡਰ ਵਾਲੀਆਂ ਉੱਠ ਰਹੀਆਂ ਹੁੰਦੀਆਂ ਨੇ ਜਾਂ ਆਪਣੇ ਹਾਵ ਭਾਵ ਬਦਲਦੇ ਨੇ, ਆਪਾਂ ਇਹਨਾਂ ਨੂੰ ਇੱਕ ਹੂੰ ਗਲਤ ਨਜ਼ਰੀਏ ਨਾਲ ਦੇਖਦੇ ਹਾਂ ਕਿ ਮੈਨੂੰ ਕੋਈ ਬਾਹਰੀ ਸ਼ੈ ਜਿਹੜੀ ਆ ਜਾਂ ਭੂਤ ਪ੍ਰੇਤ ਆ ਜਾਂ ਕਿਸੇ ਨੇ ਮੈਨੂੰ ਕੁਛ ਕਰਤਾ ਹੈ, ਉਸ ਚੀਜ਼ ਨਾਲ ਜੋੜ ਹੂੰ ਦਿੰਦੇ ਆ। ਜੀ ਜੀ ਤੇ ਫਿਰ ਉਹ ਜੀ ਜੀ ਸਮੱਸਿਆ ਬਹੁਤ ਜ਼ਿਆਦਾ ਵੱਧ ਜਾਂਦੀ ਆ। ਉਸ ਤੋਂ ਬਾਅਦ ਕਿਸੇ ਹੂੰ ਝਾੜੂ ਫੂਕ ਕਰਾਉਣਾ ਜਾਂ ਕੁਛ ਇਸ ਤਰ੍ਹਾਂ ਦਾ ਟੂਣਾ ਟੱਪਰਾ ਕਰਨਾ, ਇਹਨਾਂ ਚੀਜ਼ਾਂ ਵੱਲ ਫਿਰ ਉਹ ਇਨਸਾਨ ਜਿਹੜਾ ਉਹ ਤੁਰ ਪੈਂਦਾ, ਤੇ ਜਿਹੜੀ ਉਹਦੀ ਸਮੱਸਿਆ ਹੂੰ ਵੱਧਦੀ ਜਾਂਦੀ ਆ, ਫਿਰ ਉਹ ਚੋਂ ਬਾਹਰ ਆਉਣਾ ਉਹਦੇ ਵੱਲ ਬਹੁਤ ਹੀ ਅਸੰਭਵ ਜਿਹਾ ਹੋ ਜਾਂਦਾ ਉਹਨੂੰ। ਤੇ ਉਹਦਾ ਜਿਹੜਾ ਸਹੀ ਜੀ ਤਰੀਕਾ ਹੈ ਉਹ ਹੈ ਕਿ ਕੰਸਲਟਿੰਗ ਕੀਤਾ ਜਾਵੇ ਕਿਸੇ ਵੀ ਤਰ੍ਹਾਂ, ਔਰ ਉਹਨੂੰ ਸਮਝਿਆ ਜਾਵੇ। ਜੀ। ਤੇ ਫਿਰ ਤੁਸੀਂ ਇਲਾਜ ਕਿਸ ਤਰ੍ਹਾਂ ਕਰਦੇ ਹੋ, ਕਿਹੜਾ ਪ੍ਰੋਸੈਸ ਹੈ ਜਿਹਦੇ ਵਿੱਚੋਂ ਲੰਘਣਾ ਪੈਂਦਾ ਜੀ ਜਦੋਂ ਬਿਲਕੁਲ। ਇਹ ਕੇਸਿਸ ਆਉਂਦੇ ਆ ਜਿਵੇਂ ਤੁਹਾਡੇ ਕੋਲ? ਜੀ ਜੀ ਜੀ, ਇਹਦੇ ਵਿੱਚ ਦੇਖੋ ਜੀ, ਇੱਕ ਮਾਈਂਡ ਦੀ ਇੱਕ ਪ੍ਰੋਗਰਾਮਿੰਗ ਹੁੰਦੀ ਹੈ, ਨੈਗੇਟਿਵ ਪ੍ਰੋਗਰਾਮਿੰਗ, ਕਿ ਪ੍ਰੋਗਰਾਮ ਹੋਇਆ ਜਿਹੜਾ ਹੂੰ ਆਪਣਾ ਸਿਸਟਮ, ਦਿਮਾਗ ਪ੍ਰੋਗਰਾਮ ਹੋਇਆ, ਸਭ ਤੋਂ ਪਹਿਲਾਂ ਤੇ ਹੂੰ ਉਸ ਨੈਗੇਟਿਵ ਪ੍ਰੋਗਰਾਮਿੰਗ ਨੂੰ ਇੱਕ CBT ਥੈਰੇਪੀ ਆ, ਕੋਗਨੇਟਿਵ ਬਿਹੇਵੀਅਰ ਥੈਰੇਪੀ, ਔਰ ਇੱਕ ERP ਥੈਰੇਪੀ ਆ। ਇਹਨਾਂ ਦੋਹਾਂ ਹੂੰ ਥੈਰੇਪੀਆਂ ਦੇ ਨਾਲ ਔਰ ਇੱਕ ਡਰਿਲ ਥੈਰੇਪੀ, ਔਰ ਉਸ ਤੋਂ ਬਾਅਦ ਕੁਝ ਮਾਈਂਡਫੁਲਨੈਸ ਦੀਆਂ ਕੁਝ ਟੈਕਨੀਕਸ ਨੇ, ਕੁਝ ਐਕਸਰਸਾਈਜ਼ ਨੇ, ਯੋਗਾ ਲੈਵਲ ਦੇ, ਸਰੀਰ ਲੈਵਲ ਤੇ ਵੀ ਅਸੀਂ ਐਕਸਰਸਾਈਜ਼ ਕਰਵਾਉਂਦੇ ਹਾਂ, ਤੇ ਮਨ ਦੇ ਲੈਵਲ ਦੇ, ਬ੍ਰੇਨ ਦੇ ਲੈਵਲ ਤੇ ਵੀ ਉਹ ਐਕਸਰਸਾਈਜ਼ ਅਸੀਂ ਕਰਵਾਉਂਦੇ ਹਾਂ।
ਤੇ ਉਸ ਦੀ ਕੰਡੀਸ਼ਨਿੰਗ ਨੂੰ ਔਰ ਉਸ ਪੈਟਰਨ ਨੂੰ ਤੋੜਿਆ ਜਾਂਦਾ ਹੈ। ਤੇ ਉਹਦੇ ਵਿੱਚ ਬਣੇ ਹੋਏ ਜਿਹੜੇ ਬਲੀਵ ਸਿਸਟਮ ਨੇ, ਬਲੀਵ ਸਿਸਟਮ ਕਿ ਜਿਵੇਂ ਮੈਂ ਤੁਹਾਡੇ ਨਾਲ 2 ਕੇਸ ਸ਼ੇਅਰ ਕੀਤੇ ਕਿ ਇੱਕ ਲੜਕੀ ਨਾਲ ਕੋਈ ਸੈਕਸ਼ੂਅਲ ਹਰੈਸਮੈਂਟ ਹੋਇਆ, ਉਹ ਲੜਕੀ ਜਿਹੜੀ ਉਹ ਹਰ ਇੱਕ ਨਾਲ ਹੀ ਉਸ ਚੀਜ਼ ਨੂੰ ਜੋੜਦੀ ਹੈ, ਤੇ ਉਸ ਬਲੀਵ ਸਿਸਟਮ ਨੂੰ ਤੋੜਨਾ। ਔਰ ਦੂਜੀ ਗੱਲ, ਜਿਹੜਾ ਮੈਂ ਤੁਹਾਡੇ ਨਾਲ ਇੱਕ ਬੰਦੇ ਵਾਲਾ ਕੇਸ ਸ਼ੇਅਰ ਕੀਤਾ, ਜਦੋਂ ਉਹਦੇ ਮਨ ਵਿੱਚ ਇਹ ਬੈਠ ਗਿਆ ਕਿ ਮੈਂ ਤੇ ਕਿਸੇ ਕੰਮ ਦਾ ਹੀ ਨਹੀਂ, ਮੈਂ ਤੇ ਨਲਾਇਕ ਹਾਂ, ਨਿਕੰਮਾ ਹੈ, ਔਰ ਆਪਣੀ ਜਿਹੜੀ ਉਹਦੀ ਸਰੀਰਕ ਪਾਵਰ ਆ, ਜਿਹੜੀ ਉਹਦੀ ਵਿਲ ਪਾਵਰ ਆ, ਉਹ ਉਹਨੂੰ ਲੱਗਦਾ ਕਿ ਮੇਰੇ ਤੇ ਹੈ ਹੀ ਨਹੀਂ, ਤੇ ਉਹਨਾਂ ਬਲੀਵ ਸਿਸਟਮ ਨੂੰ ਬਦਲਣਾ, ਉਹਨਾਂ ਤੇ ਕੰਮ ਕਰਦੇ ਆ, ਤੇ ਫਿਰ ਇਹਦਾ ਇਲਾਜ ਜਿਹੜਾ ਉਹ ਕੀਤਾ ਜਾ ਸਕਦਾ। ਲਗਭਗ ਰੋਜ਼ ਕਿੰਨਾ ਸਮਾਂ ਤੁਸੀਂ ਦਿੰਦੇ ਹੋ ਪੇਸ਼ੈਂਟ ਨੂੰ? ਸਾਡੀ ਜਿਹੜੀ ਆਨਲਾਈਨ ਕਲਾਸ ਹੁੰਦੀ ਆ 1 ਘੰਟੇ ਤੋਂ ਲੈ ਕੇ 1.5 ਘੰਟੇ ਦੀ ਕਲਾਸ ਹੁੰਦੀ ਆ ਫੋਨ ਤੇ, ਵੀਡੀਓ ਕਾਲ ਜਾਂ ਆਡੀਓ ਕਾਲ, ਜਿਵੇਂ ਆਪਾਂ ਹੁਣ ਗੱਲ ਕਰ ਰਹੇ ਆ। ਤੇ ਜਿਹੜਾ ਸਾਡਾ ਆਫਲਾਈਨ ਆ ਉਹਦੇ ਸਾਡੀ ਕੁਛ ਦਿਨ ਲੱਗਦੇ ਨੇ, 7 ਦਿਨ 10 ਦਿਨ ਆਫਲਾਈਨ ਸਾਡੇ ਸੈਂਟਰ ਤੇ ਜਿਹੜੇ ਲੋਕ ਆਉਂਦੇ ਨੇ, ਉਹ ਫਿਰ ਕੁਛ ਦਿਨ ਉਹਨਾਂ ਨੂੰ ਰੱਖਣਾ ਪੈਂਦਾ। ਹਾਂਜੀ, ਉਸ ਤੋਂ ਬਾਅਦ ਵੀ ਲੋੜ ਪਵੇ ਤਾਂ ਘਰ ਵੀ ਜਾਂਦੇ ਹੋ ਮਰੀਜ਼ ਦੇ? ਬਹੁਤ ਘੱਟ, ਜਿੱਥੇ ਸੰਭਵ ਹੋ ਸਕੇ ਉੱਥੇ ਜਾਈਦਾ, ਨਹੀਂ ਤਾਂ ਬਹੁਤ ਘੱਟ ਜੀ। ਜੀ ਹਾਂਜੀ ਜੀ। ਤੇ ਲਗਭਗ ਮੈਂ ਇਹ ਪੁੱਛ ਰਹੀ ਸੀ, ਜਿਹੜਾ OCD ਹੈ, ਡਿਪਰੈਸ਼ਨ ਹੈ, ਉਹਦੇ ਨਾਲ ਹੀ ਇਹ ਥਰਡ ਜੋ ਆਪਾਂ ਗੱਲ ਕਰ ਰਹੇ ਹਾਂ ਵਿਸ਼ੇ ਤੇ, ਕਿ ਕੱਲਾ ਫੋਬੀਆ ਵੀ ਹੋ ਸਕਦਾ ਉਹਨਾਂ ਨਾਲ, OCD ਜਾਂ ਡਿਪਰੈਸ਼ਨ ਨਹੀਂ ਹੁੰਦਾ, ਕਿ ਇਹ ਤਿੰਨੇ ਚੀਜ਼ਾਂ ਨਾਲ ਚੱਲਦੀਆਂ? ਇਹ ਤਿੰਨੇ ਲਿੰਕਡ ਵੀ ਨੇ, ਆਪਾਂ ਇਹਨਾਂ ਨੂੰ ਬਾਹਰੀ ਚੀਜ਼ਾਂ ਨਹੀਂ ਮੰਨ ਸਕਦੇ। ਇੱਕ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੇ ਸਾਰੇ ਨੇ ਸਾਈਕੋਲੋਜੀਕਲ ਡਿਸਆਰਡਰ ਨੇ। ਸਾਈਕੋਲੋਜੀਕਲ ਡਿਸਆਰਡਰ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਆਪਣੀ ਮਨ ਦੀ ਅਵਸਥਾ ਹੈ ਉਹ ਡਿਸਆਰਡਰ ਹੈ। ਡਿਸਆਰਡਰ ਦਾ ਮਤਲਬ ਕਿ ਅਸੰਤੁਲਿਤ ਹੋ ਗਈ ਹੈ, ਅਸੰਤੁਲਿਤ, ਕਿ ਆਪਣੇ ਭਾਵਨਾਵਾਂ ਤੇ ਆਪਣੇ ਵਿਚਾਰਾਂ ਤੇ ਆਪਣਾ ਕੋਈ ਕੰਟਰੋਲ ਨਹੀਂ, ਆਊਟ ਆਫ ਕੰਟਰੋਲ। ਕਿ ਜਿਵੇਂ ਇੱਕ ਬੋਡੀ ਦੀ ਇੱਕ ਸਮਰੱਥਾ ਹੈ, ਕਿ ਮੇਰੀ ਇੱਕ ਬੋਡੀ ਦੀ ਸਮਰੱਥਾ ਹੈ ਕਿ ਮੈਂ 40 ਕਿਲੋ weight ਭਾਰ ਚੱਕ ਸਕਦਾ, ਲੇਕਿਨ ਜਦੋਂ ਇਸ ਬੋਡੀ ਦੇ ਸਰੀਰ ਦੇ ਉੱਤੇ 50 ਕਿਲੋ ਦਾ ਭਾਰ ਪਾਇਆ ਜਾਂਦਾ, ਮੈਂ ਡਿੱਗ ਵੀ ਸਕਦਾ, ਮੇਰੇ ਹੱਥ ਪੈਰ ਕੰਬ ਸਕਦੇ ਨੇ, ਇਹ ਮੇਰੀ ਬੋਡੀ ਡਿਸਆਰਡਰ ਹੋ ਗਈ। ਇਸੇ ਤਰ੍ਹਾਂ ਜਦੋਂ ਮਨ ਤੋਂ ਬੰਦਾ ਕਮਜ਼ੋਰ ਹੋ ਜਾਂਦਾ ਤੇ ਉਹਨਾਂ ਦੀ ਕਿਸੇ ਵੀ ਸਮੱਸਿਆ ਨੂੰ ਸਹਿਣ ਕਰਨ ਦੀ ਜਿਹੜੀ ਸਮਰੱਥਾ, ਮੰਨ ਕੇ ਚਲੋ 40% ਆ, ਮੈਂ ਉਧਰ ਬੋਡੀ ਦੇ ਹਿਸਾਬ ਨਾਲ 40 ਕਿਲੋ ਦੱਸਿਆ, ਇੱਧਰ 40% ਆ। ਜਦੋਂ ਉਹ 40% ਤੋਂ ਕੋਈ ਸਿਚੁਏਸ਼ਨ ਉਹਨਾਂ ਦੀ ਬਣਦੀ ਆ ਦਿਮਾਗੀ ਲੈਵਲ ਤੇ, ਫਿਰ ਉਹਨਾਂ ਨੂੰ ਫੋਬੀਆ ਨਜ਼ਰ ਆਉਂਦਾ, ਫਿਰ ਉਹ ਸਮਰੱਥਾ ਆਪਣੀ ਤੋਂ ਜ਼ਿਆਦਾ ਓਵਰ ਚਲੇ ਜਾਂਦੇ ਨੇ, ਤੇ ਫਿਰ ਉਹ ਕਿਸੇ ਬਿਮਾਰੀ ਦਾ ਕਾਰਨ, ਡਿਪਰੈਸ਼ਨ ਦਾ ਕਾਰਨ, ਚਿੰਤਾ ਦਾ ਕਾਰਨ, ਤਣਾਅ ਦਾ ਕਾਰਨ ਬਣਦਾ। ਉਹਦਾ ਸਭ ਤੋਂ ਵੱਡਾ ਕਾਰਨ ਹੈ ਵਿਲ ਪਾਵਰ ਦਾ ਨਾ ਹੋਣਾ। ਵਿਲ ਪਾਵਰ ਦਾ ਮਤਲਬ ਕਿ ਜਿਹੜੀ ਆਪਣੀ ਆਂਤਰਿਕ ਸ਼ਕਤੀ ਆ, ਜਿਹੜੀ ਸਹਿਣ ਸ਼ਕਤੀ ਆ, ਉਹਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਆ। ਇਹੀ ਇਹਦਾ ਸਭ ਤੋਂ ਵੱਡਾ ਜਿਹੜਾ ਹੈ ਉਹ ਇਲਾਜ ਆ। ਕਿ ਜਿਵੇਂ ਆਪਾਂ ਭਾਰ ਚੁੱਕਣ ਦੀ ਸਮਰੱਥਾ 40 ਕਿਲੋ ਤੋਂ 50 ਕਿਲੋ ਤੱਕ ਵਧਾਉਣਾ ਚਾਹੁੰਦੇ ਆ, ਤੇ ਆਪਾਂ ਨੂੰ ਆਪਣੇ ਸਰੀਰ ਤੇ ਕੰਮ ਕਰਨਾ ਪਊ, ਕੋਈ ਜਿਮ ਜੁਆਇਨ ਕਰਨਾ ਪਊ, ਕੋਈ ਯੋਗਾ ਟੈਕਨੀਕਸ ਕਰਨੀਆਂ ਪੈਣਗੀਆਂ, ਵਾਰ-ਵਾਰ ਐਕਸਰਸਾਈਜ਼ ਕਰਨੀਆਂ ਪੈਣਗੀਆਂ, ਫਿਰ ਆਪਣੀ ਬੋਡੀ ਜਿਹੜੀ 40 ਕਿਲੋ ਭਾਰ ਚੱਕਦੀ ਆ, 40 ਕਿਲੋ ਭਾਰ ਚੱਕਦੀ ਆਉਣ ਵਾਲੇ 6 ਮਹੀਨਿਆਂ ਦੇ ਵਿੱਚ, 3 ਮਹੀਨਿਆਂ ਦੇ ਵਿੱਚ 50 ਕਿਲੋ ਵੀ ਭਾਰ ਚੱਕ ਸਕਦੀ ਆ। ਇਸੇ ਤਰ੍ਹਾਂ ਆਪਣੀ ਮਨ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰਨ ਦੀ ਲੋੜ ਆ, ਔਰ ਉਹ ਕਰ ਸਕਦੀ ਹੈ ਐਜੂਕੇਸ਼ਨ ਰਾਹੀਂ, ਕਿ ਆਪਾਂ ਨੂੰ ਆਪਣੇ ਬਾਰੇ ਐਜੂਕੇਸ਼ਨ ਹੋਵੇ, ਆਪਣੇ ਬਾਰੇ ਗਿਆਨ ਹੋਵੇ, ਆਪਣੇ ਬਾਰੇ ਸਮਝ ਹੋਵੇ, ਵਿਚਾਰਾਂ ਬਾਰੇ ਸਮਝ ਹੋਵੇ, ਮਨ ਦੇ ਬਾਰੇ ਸਮਝ ਹੋਵੇ, ਤਾਂ ਫਿਰ ਆਪਾਂ ਇਹਨਾਂ ਸਮੱਸਿਆਵਾਂ ਨੂੰ ਜਿਹੜਾ ਹੈ ਉਹ ਦੂਰ ਕਰ ਸਕਦੇ ਹਾਂ। ਜੀ, ਜਦੋਂ ਤੁਸੀਂ ਕਿਸੇ ਵੀ ਪੇਸ਼ੈਂਟ ਦਾ ਇਲਾਜ ਕਰ ਰਹੇ ਹੁੰਦੇ ਹੋ, ਕੀ ਤੁਸੀਂ ਉਹਨਾਂ ਦੀ ਜਿਹੜੀ ਦਿਨਚਰਿਆ ਹੁੰਦੀ ਹੈ, ਰੂਟੀਨ ਹੁੰਦਾ ਉਹਨਾਂ ਦਾ, ਉਹਦੀ ਵੀ ਕੋਈ ਸਮਾਂ ਸਾਰਣੀ ਬਣਾ ਕੇ ਦਿੰਦੇ ਹੋ? ਕੋਈ ਭੋਜਨ ਦੀ ਵੀ ਬਣਾਉਣੇ ਹੈਗੇ ਆ, ਮੈਨੂੰ ਇੱਕ ਤਿਆਰ ਕਰ ਦਿਓ ਕਿ ਇਹ ਚੀਜ਼ਾਂ ਤੁਸੀਂ ਖਾਣੀਆਂ, ਜਾਂ ਇੰਨੇ ਵਜੇ ਉੱਠਣਾ, ਜਾਂ ਇਹ ਕੰਮ ਕਰਨੇ ਆ, ਪੂਰੇ ਦਿਨ ਦਾ ਸ਼ਡਿਊਲ ਸੈੱਟ ਕਰਨਾ ਪੈਂਦਾ ਤੁਹਾਨੂੰ? ਬਹੁਤ ਜ਼ਰੂਰੀ ਹੈ ਜੀ, ਇਹ ਸਭ ਤੋਂ ਪ੍ਰਾਇਮਰੀ ਗੱਲਾਂ ਨੇ ਇਹ। ਜਿਵੇਂ ਆਪਾਂ ਫਸਟ ਐਡ, ਜਿਵੇਂ ਕਿਸੇ ਕੋਈ ਜ਼ਖਮੀ ਹੋ ਜੇ ਤੇ ਇੱਕ ਫਸਟ ਐਡ ਦਿੱਤੀ ਜਾਂਦੀ ਹੈ, ਇਹਨੂੰ ਆਪਾਂ ਫਸਟ ਐਡ ਦੇ ਵਿੱਚ ਕਾਊਂਟ ਕਰਾਂਗੇ ਕਿ ਇੱਕ ਫਸਟ ਐਡ ਆ। ਕਿਉਂਕਿ ਉਹ ਪਰਸਨ ਜਿਹੜੇ ਬਹੁਤ ਹੀ ਆਲਸੀ ਹੁੰਦੇ ਆ, ਸਾਰਾ ਦਿਨ ਸੁੱਤੇ ਰਹਿਣਾ, ਆਪਣੇ ਆਪ ਨੂੰ ਇਕੱਲੇ ਰੱਖਣਾ, ਤੇ ਜਦੋਂ ਆਪਾਂ ਐਕਟੀਵਿਟੀ ਕਰਵਾਵਾਂਗੇ ਕਿ ਤੂੰ ਥੋੜਾ ਜਿਹਾ ਬਾਹਰ ਜਾਣਾ, ਛੋਟੇ ਛੋਟੇ ਸਟੈਪ, ਇੱਕੇ ਵਾਰੀ ਆਪਾਂ ਕੁਝ ਵੀ ਜ਼ਿਆਦਾ ਚੇਂਜ ਨਹੀਂ ਕਰ ਸਕਦੇ, ਛੋਟੇ ਛੋਟੇ ਸਟੈਪਸ। ਕਿ ਆਪਾਂ ਉਹਨਾਂ ਨੂੰ ਕਹਿਤਾ ਕਿ ਕਿਲੋਮੀਟਰ ਦੌੜਨ ਤੋਂ ਬਜਾਏ ਆਪਾਂ ਕਹਿੰਦੇ ਕਿ ਤੁਸੀਂ ਆਪਣੇ ਬਿਸਤਰ ਤੋਂ ਖੜੇ ਹੋ ਕੇ ਬਾਹਰ ਜਾ ਕੇ ਬੈਠ ਜਾਓ, ਇਹ ਬੇਸਿਕ ਸਟੈਪ, ਪਹਿਲਾ ਸਟੈਪ ਆ।
ਕਿ ਆਪਾਂ ਉਹਨਾਂ ਨੂੰ ਇਹ ਗਾਈਡ ਨਹੀਂ ਕਰ ਸਕਦੇ ਕਿ ਤੁਸੀਂ 1 ਕਿਲੋਮੀਟਰ ਸੈਰ ਕਰਕੇ ਆਓ ਜਾਂ ਜੋਗਿੰਗ ਕਰਕੇ ਆਓ, ਨਹੀਂ। ਉਸ ਤੋਂ ਬੇਸਿਕ ਸਟੈਪ ਆਪਣਾ ਇਹ ਆ ਕਿ ਤੁਸੀਂ ਆਪਣੇ ਬਿਸਤਰ ਤੋਂ ਉੱਠ ਕੇ ਬਾਹਰ ਬੈਠ ਜਾਓ। ਸਿੰਪਲ ਗੱਲ, ਬੈਠ ਜਾਣਾ ਹੈ, ਕੁਝ ਕਰਨ ਦੀ ਲੋੜ ਨਹੀਂ। ਫਿਰ ਹੌਲੀ ਹੌਲੀ ਬੋਡੀ ਦੀ ਸਮਰੱਥਾ, ਮਨ ਦੀ ਸਮਰੱਥਾ ਜਦੋਂ ਇੱਕ ਸਹਿਣ ਸ਼ਕਤੀ ਵੱਧਦੀ ਆ, ਤੇ ਫਿਰ ਉਹਨੂੰ ਵੱਡੇ ਪੱਧਰ ਤੇ ਵੀ ਐਕਸਰਸਾਈਜ਼ ਜਿਹੜੀ ਆ ਉਹ ਕਰਵਾਈ ਜਾਂਦੀ ਹੈ। ਜੀ 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 ਜੀ। ਤੇ ਸਾਡੇ ਨਾਲ ਸੀਮਾ ਭਾਟੀਆ ਜੀ ਲਗਾਤਾਰ ਬਣੇ ਹੋਏ ਨੇ, ਮੀਨਾਕਸ਼ੀ ਮਨਹਰ ਜੀ, ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਵੈਲਕਮ, ਸਵਾਗਤ ਹੈ ਜੀ। ਜੀ ਜੀ। ਇੱਕ ਮੈਂ ਕਹਿੰਦੀ ਸੀ ਕਿ ਇਹ ਸਾਰਿਆਂ ਚ ਹੀ ਨੈਚੁਰਲ ਚੀਜ਼ਾਂ ਹੁੰਦੀਆਂ ਕਿ ਕਿਸੇ ਚੀਜ਼ ਤੋਂ ਡਰਨਾ, ਜੋ ਫੋਬੀਆ ਆਪਾਂ ਕਹਿੰਦੇ ਆ, ਪਰ ਕਿਵੇਂ ਪਤਾ ਲੱਗੇ ਕਿ ਇਹ ਹੱਦ ਪਾਰ ਕਰ ਚੁੱਕਿਆ। ਉਹਦੇ ਵਿੱਚ ਦੇਖੋ, ਮੈਂ ਦੱਸਦੀ ਹਾਂ ਛੋਟੀ ਜਿਹੀ ਗੱਲ ਵੀ, ਛੋਟੇ ਹੁੰਦੇ ਮੈਨੂੰ ਕੁੱਤੇ ਨੇ ਕੱਟਿਆ, ਬਹੁਤ ਛੋਟੀ ਸੀ ਉਦੋਂ ਮੈਨੂੰ ਕੱਟਿਆ, ਜਿਹਦੇ ਨਾਲ ਮੈਨੂੰ 1 ਮਹੀਨਾ ਬੈੱਡ ਰੈਸਟ ਕਰਨਾ ਪਿਆ ਔਰ ਟਾਂਕੇ ਵੀ ਲੱਗੇ, ਹਨਾ। ਤਾਂ ਹੁਣ ਮੈਨੂੰ ਡਰ ਲੱਗਦਾ, ਪਰ ਇਹ ਨਹੀਂ ਕਿ ਵੀ ਮੈਂ ਬਾਹਰ ਨਹੀਂ ਜਾਣਾ, ਏਦਾਂ ਦਾ ਨਹੀਂ। ਇਹ ਤਾਂ ਨੋਰਮਲ ਆ, ਹਨਾ। ਵੀ ਹਾਂ ਕਿਤੇ ਕੁੱਤਾ ਦੇਖ ਰਿਹਾ ਤੇ ਲੱਗ ਰਿਹਾ ਵੀ ਖੁੰਖਾਰ ਹੋ ਸਕਦਾ, ਵੱਢੂਗਾ, ਉਹ ਤੋਂ ਥੋੜਾ ਜਿਹਾ ਪਾਸਾ ਕਰਕੇ ਜਾਂ ਥੋੜਾ ਜਿਹਾ ਬਚਾਅ ਨਾਲ ਲੰਘਣਾ, ਇਹ ਚੀਜ਼ ਤਾਂ ਨੋਰਮਲ ਹੈ। ਇਹ ਬਚਾਅ ਨੋਰਮਲ ਹੈ ਜੀ। ਹਾਂ ਬਈ ਸਾਨੂੰ ਇਹ ਕਿਵੇਂ ਕਦੋਂ ਪਤਾ ਲੱਗੂ ਕਿ ਇਹ ਫੋਬੀਆ। ਹੁਣ ਪਾਣੀ ਤੋਂ ਡਰਨਾ, ਵੀ ਮੈਨੂੰ ਤੈਰਾਕੀ ਨਹੀਂ ਆਉਂਦੀ, ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਡਰ ਲੱਗਦਾ ਕਿ ਮੈਂ ਪਾਣੀ ਦੇ ਡੂੰਘੇ ਪਾਣੀ 'ਚ ਨਹੀਂ ਜਾਊਂਗੀ, ਹਨਾ। ਜੀ ਜੀ ਇਹ ਤਾਂ ਨੋਰਮਲ ਹੈ, ਪਰ ਸਾਨੂੰ ਇਹ ਪਤਾ ਕਿਵੇਂ ਲੱਗੇ ਇਨਸਾਨ ਨੂੰ ਕਿ ਮੈਨੂੰ ਇਹ ਫੋਬੀਆ ਹੋ ਰਿਹਾ, ਇਹ ਹੱਦ ਪਾਰ ਕਰਦਾ ਜਾ ਰਿਹਾ। ਹੱਦ ਪਾਰ ਦਾ ਮਤਲਬ ਇਹ ਹੈ ਜੀ, ਜਿਹੜੇ ਮੈਂ ਤੁਹਾਨੂੰ ਕੇਸ ਦੱਸਾਂ, ਜਿਵੇਂ ਮੈਂ ਗੱਲ ਕੀਤੀ ਕਿ ਉਹ ਇੱਕ ਬੰਦਾ ਸੀਗਾ, ਉਹ ਇੱਕ ਛੋਟੇ ਜਿਹੇ ਪੱਪੀ ਪਿੱਲੇ ਤੋਂ, ਡੌਗੀ ਦੇ ਬੱਚੇ ਤੋਂ ਡਰ ਰਿਹਾ ਸੀ। ਤੇ ਜੋ ਇੱਕ ਫੋਬੀਆ ਵਾਲਾ ਪਰਸਨ ਹੁੰਦਾ ਹੈ, ਉਹ ਕੁੱਤੇ ਨੂੰ, ਉਹਨੂੰ ਚਾਹੇ ਕਿੰਨੀ ਦੂਰੀ ਤੋਂ ਜਾ ਕੇ ਵਲਣਾ ਪਵੇ, ਲੇਕਿਨ ਉਸ ਗਲੀ ਦੇ ਵਿੱਚ ਨਹੀਂ ਜਾਏਗਾ ਜਿਹਨੂੰ ਉਹਨੂੰ ਪਤਾ ਹੈ ਕਿ ਇਸ ਗਲੀ ਦੇ ਵਿੱਚ ਕੁੱਤਾ ਰਹਿੰਦਾ ਹੈ। ਉਹਦੇ ਜਿਹੜੇ ਐਕਸ਼ਨ ਨੇ ਉਹ ਬਹੁਤ ਲੰਮੇ ਚੌੜੇ ਹੋ ਜਾਣਗੇ, ਵੱਡੇ ਵੱਡੇ ਹੋ ਜਾਣਗੇ। ਬਚਾਅ ਦਾ ਦਾਇਰਾ ਛੋਟਾ ਨਹੀਂ ਹੋਏਗਾ। ਜਿਹੜਾ ਤੁਸੀਂ ਕਿਹਾ ਨਾ ਕਿ ਮੇਰਾ ਸਿਰਫ ਇੰਨਾ ਸੀ ਕਿ ਬਚਾਅ ਕਰਕੇ ਸਾਈਡ ਤੋਂ ਲੰਘ ਜਾਣਾ, ਫਿਰ ਉਹ ਨੋਰਮਲ ਨਹੀਂ ਹੋਏਗਾ, ਉਹ ਅਬਨੋਰਮਲਿਟੀ ਦੇ ਵਿੱਚ ਆ ਜਾਏਗਾ। ਉਹ ਗਲੀ ਦੇ ਵਿੱਚ ਨਹੀਂ ਜਾਏਗਾ। ਅਗਰ ਉਹਨੂੰ ਕੁੱਤਾ ਦਿਖ ਗਿਆ ਤੇ ਉਹ ਦੂਜੀ ਵਾਰ ਨਹੀਂ ਜਾਏਗਾ। ਦੂਜੀ ਵਾਰ ਚਾਹੇ ਕੁੱਤਾ ਉੱਥੇ ਹੈ ਜਾਂ ਨਹੀਂ ਆ, ਲੇਕਿਨ ਦੂਜੀ ਵਾਰ ਉਸ ਗਲੀ 'ਚ ਨਹੀਂ ਜਾਏਗਾ। ਮਤਲਬ ਐਕਸਟ੍ਰੀਮ ਲੈਵਲ ਦਾ, ਬਹੁਤ ਹੀ ਗਹਿਰਾ, ਇਹਨੂੰ ਆਪਾਂ ਬਹੁਤ ਹੀ ਗਹਿਰਾ ਕਹਿ ਸਕਦੇ ਹਾਂ ਕਿ ਉਹਦੇ ਸਿੰਪਟਮਸ ਦੂਜੇ ਪਰਸਨ ਨੂੰ ਵੀ ਦਿਖਣ ਲੱਗ ਜਾਣਗੇ ਕਿ ਜਿਵੇਂ ਇੱਕ ਨੋਰਮਲ ਪਰਸਨ ਉਹਦੇ ਕੋਲੋਂ ਦੀ ਲੰਘ ਗਿਆ, ਲੇਕਿਨ ਉਹ ਨਹੀਂ ਲੰਘ ਸਕਦਾ। ਔਰ ਉਸ ਤੋਂ ਬਾਅਦ ਉਹਨੂੰ ਇੱਕ ਘਬਰਾਹਟ ਹੋਏਗੀ, ਉਹਦੇ ਪਸੀਨੇ ਆਉਣ ਲੱਗ ਜਾਣਗੇ, ਹੱਥਾਂ ਪੈਰਾਂ 'ਚੋਂ ਪਸੀਨਾ ਆਏਗਾ। ਜਿਹਨੂੰ ਫੋਬੀਏ ਦੀ ਪ੍ਰੋਬਲਮ ਆ, ਪਸੀਨਾ ਆਉਣਾ, ਉਹ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਪਤਾ ਲੱਗ ਜਾਂਦਾ, ਕਿਉਂਕਿ ਬੋਡੀ ਜੰਜਨਾਹਟ ਜਾਂਦੀ ਹੈ, ਕੰਪਣ ਲੱਗ ਜਾਂਦੀ ਹੈ। ਮਤਲਬ ਕਿ ਬੰਦਾ ਨਾਰਮਲ ਨਹੀਂ ਰਹਿੰਦਾ, ਕੁਛ ਨਾ ਕੁਛ ਐਕਟੀਵਿਟੀ ਹੋਣ ਲੱਗਦੀ ਹੈ ਉਹਦੀ ਬੋਡੀ ਦੇ ਵਿੱਚ, ਹੋਣ ਲੱਗ ਜਾਂਦੀ ਬੋਡੀ ਦੇ ਵਿੱਚ, ਨਾਰਮਲ ਨਹੀਂ ਹੁੰਦਾ। ਜੀ ਨਾਰਮਲ ਨਹੀਂ ਹੁੰਦਾ। ਤੇ ਇਹਦੇ ਨਾਲ ਇੱਕ ਗੱਲ ਹੋਰ ਮੈਨੂੰ ਦਿਮਾਗ 'ਚ ਆ ਰਹੀ ਹੈ ਕਿ ਜਦੋਂ ਬੱਚੇ ਛੋਟੇ ਹੁੰਦੇ ਆ ਤਾਂ ਮਾਵਾਂ ਅਕਸਰ, ਜਾਂ ਕਹਿ ਲਈਏ ਵੱਡੇ ਅਕਸਰ, ਉਹਨੂੰ ਕਹਿੰਦੇ ਆ ਕਿ ਜੇ ਤੂੰ ਇਹ ਕੀਤਾ ਤਾਂ ਬਾਬਾ ਤੈਨੂੰ ਬੋਰੀ 'ਚ ਪਾ ਕੇ ਲੈ ਜਾਊਗਾ, ਹਨਾ। ਜਾਂ ਮਾਂ ਕੋਕੋ ਲੈ ਜੂਗੀ, ਇਹ ਚੀਜ਼ ਕੋਕੋ ਲੈ ਜੂਗੀ, ਮੈਨੂੰ ਦੇ ਦੇ, ਜਾਂ ਮਾਂ ਤੈਨੂੰ ਖਾ ਜੂਗਾ। ਇਹ ਚੀਜ਼ਾਂ ਵੀ ਬਚਪਨ ਤੋਂ ਹੀ, ਕਿ ਵੱਡਿਆਂ ਦਾ ਵੀ ਹੱਥ ਹੁੰਦਾ, ਜੇ ਬੱਚਿਆਂ ਦੀ ਆਪਾਂ ਗੱਲ ਕਰੀਏ, ਵੀ ਬਚਪਨ ਤੋਂ ਉਹਨਾਂ ਨੂੰ ਏਦਾਂ ਹੀ ਪਾਲਿਆ ਜਾਂਦਾ, ਜਾਂ ਇਹ ਚੀਜ਼ਾਂ, ਇਹ ਗਲਤ ਹੈ ਜਾਂ ਸਹੀ? ਤੁਸੀਂ ਕਿਸ ਹੱਦ ਤੱਕ ਮੰਨਦੇ ਹੋ ਇਹਨਾਂ ਚੀਜ਼ਾਂ ਨੂੰ, ਜੋ ਪਹਿਲਾਂ ਵੀ ਸਾਡੇ ਤੋਂ ਸਾਡੇ ਤੇ ਹੁਣ ਵੀ ਕਰਦੇ ਆ, ਹੁਣ ਵੀ ਕਰਦੇ ਆ, ਮਤਲਬ ਅਸੀਂ ਵੀ ਇਸ ਪ੍ਰੋਸੈਸ ਚੋਂ ਲੰਘਿਆ ਤਾਂ ਸ਼ਾਇਦ ਆਉਣ ਵਾਲੀ ਪੀੜ੍ਹੀ ਵੀ ਲੰਘੇਗੀ, ਕਿਉਂਕਿ ਨਾਰਮਲ ਜੀ ਗੱਲ ਲੱਗਦੀ ਆ ਕਿ ਆਪਾਂ ਕਹਿ ਦਿੰਦੇ ਆ ਕਿ ਆਹ ਨਾ ਕਰ, ਬਾਬਾ ਲੈ ਜਾਊਗਾ ਤੈਨੂੰ, ਜਾਂ ਬਾਹਰ ਨਹੀਂ ਜਾਣਾ, ਹਨਾ, ਵੀ ਤੈਨੂੰ ਕੋਈ ਚੱਕ ਕੇ ਲੈ ਜਾਊਗਾ। ਜਾਂ ਜਦੋਂ ਬੱਚਾ ਬਾਹਰ ਜਾਂਦਾ ਭੱਜ ਭੱਜ ਕੇ, ਬਟ ਉਹਦਾ ਕਾਰਨ ਤਾਂ ਇਹ ਹੁੰਦਾ ਕਿ ਵਾਹਨ ਜ਼ਿਆਦਾ ਲੰਘ ਰਹੇ ਆ, ਅਵਾਰਾ ਪਸ਼ੂ ਹੈਗੇ ਆ, ਹਨਾ। ਉਹ ਚੀਜ਼ ਬੱਚੇ ਨੂੰ ਸਮਝ ਨਹੀਂ ਆਊਗੀ, ਤਾਂ ਆਪਾਂ ਉਹਨੂੰ ਸੌਖੇ ਤਰੀਕੇ ਨਾਲ ਸਮਝਾਉਣ ਵਾਸਤੇ ਇਹ ਕਹਿ ਦਿੰਨੇ ਆ ਕਿ ਤੈਨੂੰ ਬਾਬਾ ਲੈ ਜਾਊਗਾ ਬੋਰੀ 'ਚ ਪਾ ਕੇ, ਤੂੰ ਬਾਹਰ ਨਹੀਂ ਜਾਣਾ। ਇਹ ਕਿੰਨੀਆਂ ਕੁ ਚੀਜ਼ਾਂ ਇਸ ਨਾਲ ਰਿਲੇਟ ਕਰਦੀਆਂ, ਇਹਨਾਂ ਚੀਜ਼ਾਂ ਬਾਰੇ ਦੱਸੋ। ਦੇਖੋ, ਇਹ ਤੇ ਗੱਲ ਇੱਕ ਆਮ ਘਰਾਂ ਦੇ ਵਿੱਚ ਹੁੰਦੀ ਹੈ ਬੱਚੇ ਦੇ ਨਾਲ, ਲੇਕਿਨ ਇਹ ਉਦੋਂ ਜਾ ਕੇ ਪ੍ਰੋਬਲਮ ਬਣ ਜਾਂਦੀ ਆ ਕਿ ਜਦੋਂ ਉਹਨੂੰ ਇੱਕ ਸਹੀ ਐਜੂਕੇਸ਼ਨ ਨਹੀਂ ਮਿਲੀ ਵੱਡੇ ਹੋ ਕੇ। ਜਿਵੇਂ ਜਿਵੇਂ ਬੱਚਾ ਵੱਡਾ ਹੋ ਰਿਹਾ, ਉਹ ਆਪਣੀ ਸਕੂਲ ਦੇ ਵਿੱਚ ਗਿਆ ਹੈ, ਕਾਲਜ ਦੇ ਵਿੱਚ ਗਿਆ ਹੈ, ਉੱਥੋਂ ਫਿਰ ਉਹਦੇ ਪੈਟਰਨ ਬਦਲਣੇ ਸ਼ੁਰੂ ਹੋ ਜਾਂਦੇ ਨੇ, ਧਾਰਨਾਵਾਂ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿ ਜਿਵੇਂ ਇੱਕ ਸਿੱਖ ਫੈਮਿਲੀ ਹੈ,
ਸਿੱਖ ਫੈਮਿਲੀ ਦੇ ਵਿੱਚ ਕਈ ਬੱਚੇ ਜੂੜਾ ਰੱਖਦੇ ਨੇ, ਲੇਕਿਨ ਸ਼ੁਰੂ ਦੇ ਵਿੱਚ ਉਹਨਾਂ ਦਾ ਜੂੜਾ ਹੁੰਦਾ, ਲੇਕਿਨ ਜਦੋਂ ਸਕੂਲ ਕਾਲਜ ਦੇ ਵਿੱਚ ਜਾਂਦੇ ਨੇ ਉਹ ਜੂੜਾ ਆਪਣਾ ਕਟਾ ਲੈਂਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਬਲੀਫ ਸਿਸਟਮ ਬਦਲ ਗਏ, ਉਹਨਾਂ ਦੀਆਂ ਧਾਰਨਾਵਾਂ ਬਦਲ ਗਈਆਂ, ਉਹਨਾਂ ਨੇ ਕਿਸੇ ਨਵੀਂ ਚੀਜ਼ ਨੂੰ ਉਹਨੂੰ ਅਪਣਾ ਲੱਗਦਾ ਲਿਆ। ਕਿ ਮੈਂ ਵਾਲ ਕਟਵਾ ਕੇ ਜ਼ਿਆਦਾ ਸਮਾਰਟ ਲੱਗੂੰਗਾ, ਜਾਂ ਆਪਣੇ ਦੋਸਤ ਮਿੱਤਰਾਂ ਨੂੰ ਦੇਖ ਕੇ ਹਨਾ ਕੁਛ ਮਾਹੌਲ ਦਾ ਜੀ, ਪ੍ਰਭਾਵ ਤੇ ਪੈਣ ਲੱਗ ਗਿਆ ਇਹ ਇਹਨਾਂ ਤੇ ਜੀ। ਜੀ ਇਹ ਉਦਾਹਰਨ ਮੈਂ ਤਾਂ ਲਿਆ ਹੈ ਕਿ ਉਹ ਸ਼ੁਰੂਆਤੀ ਦੌਰ ਤੇ ਸ਼ਾਇਦ ਉਹ ਚੀਜ਼ਾਂ ਪਰੇਸ਼ਾਨ ਨਾ ਕਰਨ, ਲੇਕਿਨ ਜੇ ਉਹਦੀ ਕੰਡੀਸ਼ਨਿੰਗ ਨਹੀਂ ਬਦਲੀ ਤਾਂ ਉਹਦੀ ਜਿਹੜੀ ਵੱਡੀ ਉਮਰ ਆਏਗੀ, ਸਕੂਲ ਕਾਲਜ ਲੈਵਲ ਦੀ ਆਏਗੀ, ਉਹ ਫਿਰ ਆਪਣੇ ਜਿਹੜੇ ਉਹਦੇ ਡਿਸੀਜਨ ਨੇ, ਉਹ ਬੱਚਾ ਕਦੇ ਕਦੇ ਆਪਣਾ ਡਿਸੀਜਨ ਨਹੀਂ ਲੈ ਸਕਦਾ, ਖੁਦ ਡਿਸੀਜਨ ਨਹੀਂ ਲੈ ਪਾਊਗਾ। ਉਹ ਡਿਪੈਂਡ ਰਹੂਗਾ ਆਪਣੇ ਪੇਰੈਂਟਸ ਤੇ, ਆਪਣੀ ਮਦਰ ਤੇ, ਆਪਣੇ ਪਾਪਾ ਤੇ, ਜਾਂ ਕੋਈ ਵੀ ਉਹਦਾ ਵੈਲ ਨੋਨ ਮਿੱਤਰ ਹੈ ਉਹਦੇ ਤੇ। ਬਹੁਤ ਸਾਰੇ ਕੇਸਿਸ ਮੈਂ ਇਸ ਤਰ੍ਹਾਂ ਦੇ ਦੇਖਿਆ ਕਿ ਉਹ ਬੱਚੇ ਆਪਣੇ ਕੱਪੜੇ ਆਪ ਨਹੀਂ ਖਰੀਦਦੇ, ਉਹ ਕਦੇ ਦੂਸਰਿਆਂ ਨੂੰ ਪੁੱਛਣਗੇ ਕਿ ਮੈਂ ਕੀ ਪਾਵਾਂ, ਕੀ ਲਵਾਂ। ਇਹ ਉਹਦੇ ਇਹ ਉਹ ਤਾਂ ਪ੍ਰਭਾਵ ਫਿਰ ਵੱਡੇ ਜ਼ਿੰਦਗੀ ਦਾ ਰਹਿੰਦਾ ਹੈ। ਜੀ ਜੀ, ਇਹ ਤਾਂ ਲਗਭਗ ਆਮ ਘਰਾਂ 'ਚ ਹੁੰਦਾ ਹੀ ਹੈ ਕਿ ਜੈਂਟਸ ਬਹੁਤ ਘੱਟ ਆਪਣੇ ਕੱਪੜੇ ਖਰੀਦਦੇ ਆ। ਮੈਂ ਦੇਖਿਆ, ਇਹ ਮੇਰੇ ਘਰ 'ਚ ਵੀ ਹੁੰਦਾ ਅਕਸਰ, ਔਰ ਹੋਰ ਵੀ ਆਸ-ਪਾਸ ਦੇਖਿਆ ਕਿ ਇਹ ਫਿਰ ਨਹੀਂ ਹੋਣਾ ਚਾਹੀਦਾ, ਤੁਹਾਡੇ ਕਹਿਣ ਦਾ ਭਾਵ। ਜੀ ਬਿਲਕੁਲ ਤੇ ਆਪਣੀ 100% ਵੀ ਨਹੀਂ ਹੋਣਾ ਚਾਹੀਦਾ। ਹਾਂ, ਜੀ 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 ਜੀ। ਤੇ ਹਾਂ ਜੇ ਜਿਹੜੀ ਗੱਲ ਦੇ ਤੁਸੀਂ ਉਦਾਹਰਨ ਦਿੱਤੇ ਹੈਗੇ ਕਿ ਇਹੋ ਜਿਹੇ ਕੇਸ ਵੀ ਤੁਹਾਡੇ ਕੋਲ ਆਏ ਨੇ, ਤੁਸੀਂ ਮੰਨਦੇ ਹੋ ਕਿ ਇਹਦਾ ਬਿਮਾਰੀ ਨਾਲ ਸੰਬੰਧ ਹੈਗਾ? ਜੇ ਇੰਨੀ ਕੀ ਆ ਕਿ ਮਤਲਬ ਉਹਨਾਂ ਦੀ ਆਪਣੀ ਚੁਆਇਸ ਹੁੰਦੀ ਨਹੀਂ ਕਿਸੇ ਚੀਜ਼ ਨੂੰ ਲੈ ਕੇ, ਹਨਾ, ਦੂਜੇ ਤੇ ਡਿਪੈਂਡ ਰਹਿੰਦੇ ਆ, ਹੂੰ ਕਿ ਤੁਸੀਂ ਮੰਨਦੇ ਹੋ ਕਿ ਉਹਨਾਂ ਤੇ ਇਹ ਪ੍ਰਭਾਵ ਹੈਗਾ, ਜਾਂ ਇਸ ਨੂੰ ਇੱਕ ਬਿਮਾਰੀ ਦਾ ਰੂਪ ਕਹਿ ਸਕਦੇ ਹਾਂ ਆਪਾਂ? ਜੀ ਬਿਲਕੁਲ, ਜਿਵੇਂ ਮੈਂ ਕਿ ਤੁਹਾਡੇ ਨਾਲ ਵੈਸੇ ਮੈਕਸਿਮਮ ਗੱਲ ਕਰ ਹਮ ਜੀ ਬਿਲਕੁਲ, ਹਮ ਹਮ ਜਿਵੇਂ ਮੈਂ ਗੱਲ ਕਰ ਚੁੱਕਿਆ ਕਿ ਅਗਰ ਉਹ ਚੀਜ਼ਾਂ ਹੋ ਰਹੀਆਂ ਨੇ ਪਰਿਵਾਰ ਦੇ ਵਿੱਚ ਛੋਟੇ ਬੱਚੇ ਦੇ ਨਾਲ, ਇੱਕ ਲੈਵਲ ਤੇ ਚਲੋ ਮੰਨ ਲੈਂਦੇ ਠੀਕ ਆ, ਲੇਕਿਨ ਵੱਡੇ ਹੋ ਕੇ ਜਦੋਂ ਸਕੂਲ ਕਾਲਜ ਦੇ ਵਿੱਚ ਜਿਵੇਂ ਜਿਵੇਂ ਉਹਦੀ ਏਜ ਸਕੂਲ ਕਾਲਜ ਵਾਲੀ ਹੋ ਰਹੀ ਆ, 15-20 ਸਾਲ, 25, ਇਸ ਹਮ ਤਰ੍ਹਾਂ ਜਾ ਰਿਹਾ ਉਹ ਬੰਦਾ, ਤੇ ਅਗਰ ਉਸ ਤੋਂ ਹਮ ਬਾਅਦ ਉਹ ਪੈਟਰਨ ਨਹੀਂ ਬਦਲੇ ਤੇ ਫਿਰ ਉਹ ਬਿਮਾਰੀ ਦਾ ਕਾਰਨ ਬਣ ਜਾਣਗੇ, ਉਹਨਾਂ ਨੂੰ ਆਪਾਂ ਨੂੰ ਇਨਕਾਰ ਨਹੀਂ ਕਰ ਸਕਦੇ। ਤੇ ਇਹ ਵੀ ਹੋ ਸਕਦਾ ਕਿ ਉਹ ਵੱਡੇ ਹੋ ਕੇ ਪ੍ਰਭਾਵਿਤ ਨਾ ਵੀ ਕਰਨ, ਦੋਵੇਂ ਗੱਲਾਂ ਨੇ, ਪ੍ਰਭਾਵਿਤ ਕਰ ਵੀ ਸਕਦੇ ਆ ਤੇ ਨਹੀਂ ਵੀ ਕਰ ਸਕਦੇ। ਜੀ ਜੀ ਜੀ, ਕਹਿਣ ਦਾ ਜੀ ਭਾਵ ਜੇ ਪ੍ਰਭਾਵਿਤ ਕਰਨ, ਮਤਲਬ ਹੱਦ ਤੋਂ ਜ਼ਿਆਦਾ ਹੋ ਜੇ ਤਾਂ ਇੱਕ ਬਿਮਾਰੀ ਦਾ ਕਾਰਨ ਹੋ ਸਕਦੇ ਆ। ਜੇ ਨਾਰਮਲ ਕਾਰਨ ਹੈ ਹੋ ਹਨਾ, ਸਕਦੇ। ਤੇ ਘਰ 'ਚ ਜੀ ਜੈਂਟਸ ਜੋ ਵੀ, ਉਹਨਾਂ ਨੂੰ ਕਈ ਵਾਰ ਏਦਾਂ ਹੁੰਦਾ ਵੀ ਕੋਈ ਖਾਸ ਚੁਆਇਸ ਨਹੀਂ ਹੁੰਦੀ, ਜਿਵੇਂ ਪਤਾ ਵੀ ਇਹ ਪਰਸਨ ਮੇਰੇ ਵਾਸਤੇ ਅੱਛਾ ਹੀ ਚੂਜ਼ ਕਰੂਗਾ, ਹਨਾ, ਜਾਂ ਇਹਦੀ ਪਸੰਦ ਜ਼ਿਆਦਾ ਵਧੀਆ ਮੇਰੇ ਤੇ ਸੂਟ ਕਰੂਗੀ, ਦੂਜੇ ਨੂੰ ਪਤਾ ਹੁੰਦਾ ਹਨਾ ਇਸ ਗੱਲ ਦਾ। ਹੂੰ ਜਿਵੇਂ ਹਸਬੈਂਡ ਵਾਈਫ ਦਾ ਤੁਸੀਂ ਲਾ ਲਓ, ਤਾਂ ਨੈਚੁਰਲ ਚੀਜ਼ਾਂ ਇਹ ਕੁਦਰਤੀ ਮੰਨ ਸਕਦੇ ਆ, ਮਤਲਬ ਕਹਿ ਦਿੰਦੇ ਆ ਵੀ ਬਿਲਕੁਲ ਜੋ ਬਿਲਕੁਲ ਤੁਸੀਂ ਖਰੀਦ ਦੋਗੇ ਮੈਂ ਪਾ ਲਾਂਗਾ, ਹਨਾ, ਵੀ ਕੋਈ ਮੇਰੀ ਖਾਸ ਹਾਂ ਚੁਆਇਸ ਨਹੀਂ ਹੈ, ਮਤਲਬ ਇਹ ਹੂੰ ਨਾਰਮਲ ਹੈਗੀ ਹੈ। ਜੀ ਉਹ ਜੀ। ਆਪਣੀ ਆਪਣੀ ਤੇ ਪਰਸਨੈਲਿਟੀ ਹੁੰਦੀ ਆ। ਕੋਈ ਹਾਂ ਬੰਦੇ ਜ਼ਿਆਦਾ ਸ਼ਾਪਿੰਗ ਕਰਨ ਦੇ ਸ਼ੌਕੀਨ ਹੁੰਦੇ ਆ, ਕੋਈ ਨਹੀਂ ਹੁੰਦੇ, ਹਾਂ ਕਈਆਂ ਨੂੰ ਜ਼ਿਆਦਾ ਆਪਣੀ ਦਿਖਾਵਾ ਪਸੰਦ ਨਹੀਂ, ਕਈਆਂ ਨੂੰ ਹੁੰਦਾ। ਉਹ ਇਸ ਚੀਜ਼ ਵੱਲ ਆਪਾਂ ਪਰਸਨੈਲਿਟੀ ਵਾਈਜ਼ ਇਹਨੂੰ ਗੱਲ ਨੂੰ ਇੱਧਰ ਤੁਸੀਂ ਜੋੜ ਸਕਦੇ ਹੋ ਹਾਂ ਕਿ ਜਿਵੇਂ ਕੋਈ ਮੈਂ ਬੰਦਾ ਉਹਨੂੰ ਉਹੀ ਨਹੀਂ, ਕਹਿ ਰਹੀ ਉਹ ਸੀ। ਕਹਿੰਦਾ ਹਾਂ ਤੁਸੀਂ ਕਰ ਦਿਓ, ਠੀਕ ਆ, ਕੋਈ ਨਹੀਂ, ਜੋ ਤੁਸੀਂ ਕਰੋਗੇ ਠੀਕ ਆ। ਹਾਂ, ਬਿਲਕੁਲ ਬਿਲਕੁਲ, ਇਹ ਪਰਸਨੈਲਿਟੀ ਤੇ ਵੀ ਹੁੰਦਾ। ਕਈਆਂ ਨੂੰ ਐ ਹੁੰਦਾ ਮੈਚਿੰਗ, ਜੇ ਜੈਂਟਸ ਦੀ ਗੱਲ ਕਰੀਏ ਵੀ ਟਾਈ ਮੈਚਿੰਗ, ਹਨਾ, ਜੇ ਪੱਗ ਬੰਨਦੇ ਆ ਤਾਂ ਪੱਗ ਵੀ ਮੈਚਿੰਗ ਹੋ ਗਈ, ਇਹ ਚੀਜ਼ਾਂ ਅੱਛੀਆਂ ਜੀ ਲੱਗਦੀਆਂ। ਕਿਸੇ ਨੂੰ ਨਹੀਂ, ਇਹ ਚੀਜ਼ਾਂ ਬਈ ਚੱਲ ਠੀਕ ਹੈ, ਜੋ ਵੀ ਆ ਗਿਆ ਹੱਥ 'ਚ ਪਾ ਲਿਆ, ਹਨਾ, ਠੀਕ ਹੈ, ਹਾਂ ਤਾਂ ਬਈ ਇਹ ਨਾਰਮਲ ਠੀਕ ਹੈ, ਕਹਿ ਸਕਦੇ ਹਾਂ ਕਿ ਇਹ ਕੁਦਰਤੀ ਨੇਚਰ ਹੈਗਾ, ਸੁਭਾਅ ਹੈਗਾ ਮਨੁੱਖ ਦਾ। ਪਰ ਜੇ ਇਹ ਸੁਭਾਵਿਕ ਚੀਜ਼ਾਂ ਹੱਦ ਬਿਲਕੁਲ। ਤੋਂ ਵੱਧ ਜਾਂਦੀਆਂ ਤਾਂ ਇਹਨੂੰ ਅਸੀਂ ਇੱਕ ਬਿਮਾਰੀ ਦਾ ਰੂਪ ਦੇ ਸਕਦੇ ਹਾਂ, ਹਨਾ। ਜੀ ਤੇ ਜੀ ਉਹ ਜਗਵੰਤ ਖੇੜਾ ਜੀ ਕਹਿ ਰਹੇ ਨੇ, ਕਹਿੰਦੇ ਮਾਊ ਕਹਾਣੀ ਯਾਦ ਆ ਗਈ। ਹਾਂ, ਇੱਕ ਕਹਾਣੀ ਹੁੰਦੀ ਸੀ ਮਾਊ ਜਿਹਨੂੰ ਡਰਾਉਂਦੇ ਹੁੰਦੇ ਜੀ ਸੀ, ਜਾਂ ਫਿਰ ਇੱਕ ਰਾਸ਼ੇ ਵਾਲੀ, ਹਨਾ, ਰਾਸ਼ੇ ਆਪਣੇ ਇੱਥੇ ਪਤਾ ਨੀ ਹੋਰ ਕਿਹੜਾ ਸ਼ਬਦ ਵਰਤਦੇ ਆ ਜਿਹੜੇ ਸਰਦੀਆਂ ਦੇ ਵਿੱਚ ਕਸ਼ਮੀਰ ਤੋਂ ਸਮਾਨ ਲੈ ਕੇ ਆਉਂਦੇ ਆ ਨਾ, ਉਹ ਕਹਾਣੀ ਹਾਂਜੀ ਸੀਗੀ ਇੱਕ ਇੱਕ ਸ਼ਬਦ ਉਹਨਾਂ ਵਾਸਤੇ, ਮੈਨੂੰ ਰਾਸ਼ਾ ਹੀ ਯਾਦ ਆ ਰਿਹਾ ਫਿਲਹਾਲ। ਉਹ ਵੀ ਏਦਾਂ ਹੀ ਹੁੰਦਾ ਕਿ ਉਹਨਾਂ ਨੂੰ ਡਰ, ਪਠਾਨ, ਵੀ ਡਰ ਲੱਗਦਾ ਹੁੰਦਾ ਉਹਨਾਂ ਦੀ ਦਿੱਖ ਤੋਂ ਕਿ ਬੱਚਿਆਂ ਨੂੰ। ਇਹ ਮਾਊ ਪਠਾਨ ਆ ਕਹਾਣੀ ਜਾਏਗਾ। ਔਰ ਉਹ ਕਹਾਣੀ, ਹਾਂ, ਉਹ ਖੇਤ ਨਹੀਂ ਜਾਂਦੇ ਤਾਂ ਉਹਨਾਂ ਨੂੰ ਡਰ ਲੱਗਦਾ ਕਿ ਉਸ ਸੜਕ ਤੇ ਪਠਾਨ ਹੈ। ਏਦਾਂ ਕਰਕੇ ਕਹਾਣੀ ਹੈ ਕਿ ਬੱਚੇ ਡਰਦੇ ਆ, ਕਹਿਣ ਦਾ ਭਾਵ ਜੋ ਹੂੰ ਅਸੀਂ ਬੱਚਿਆਂ ਦੀ ਗੱਲ ਕੀਤੀ ਸੀ। ਸੋ ਜਗਵੰਤ ਖੇੜਾ ਜੀ USA ਤੋਂ ਸਾਡੇ ਨਾਲ ਜੁੜੇ ਹੋਏ ਨੇ, ਤੇ ਜੀ ਉਹਨਾਂ ਨੇ ਬਹੁਤ ਬਹੁਤ ਇਹ ਸਵਾਗਤ ਹੈ ਜੀ, ਕਿਹਾ ਸੀ ਧੰਨਵਾਦ। ਜੀ ਜੀ ਜੀ। ਤੇ ਕਹਿੰਦੇ ਬਿਲਕੁਲ, ਸੀਮਾ ਭਾਟੀਆ ਜੀ ਕਹਿੰਦੇ ਆ
ਕੰਡੀਸ਼ਨਿੰਗ ਜਿਹੜਾ ਬਦਲਣਾ ਜ਼ਰੂਰੀ ਹੈਗਾ ਕਹਿੰਦੇ। ਜੀ ਬਿਲਕੁਲ ਬਿਲਕੁਲ ਉਹੀ ਗੱਲ ਅਸੀਂ ਕਰ ਰਹੇ ਸੀ। ਤੇ ਇਹਨਾਂ ਤਿੰਨਾਂ ਚੀਜ਼ OCD, ਡਿਪਰੈਸ਼ਨ ਤੇ ਆਪਾਂ ਫੋਬੀਆ ਦੀ ਗੱਲ ਕਰ ਰਹੇ ਹਾਂ ਹਨਾ। ਜੀ ਤੇ ਜੀ। ਜਿਹੜਾ ਤੁਸੀਂ ਉਚਾਈ ਤੋਂ ਕਿਹਾ, ਤੇ ਇਹ ਨੈਚੁਰਲ ਨਹੀਂ ਕਹਿ ਸਕਦੇ ਕਿ ਅਸੀਂ ਬਹੁਤ ਉੱਚੇ, ਮੰਨ ਲਓ ਅਸੀਂ ਬਾਏ 에ਅਰ ਕਿਤੇ ਜਾ ਰਹੇ ਹਾਂ ਤੇ ਜੇ ਅਸੀਂ ਥੱਲੇ ਵੇਖਾਂਗੇ ਤਾਂ ਨੈਚੁਰਲ ਆ, ਸਾਨੂੰ ਡਰ ਲੱਗੂਗਾ। ਇਹ ਚੀਜ਼ਾਂ ਨੈਚੁਰਲ ਨਹੀਂ ਹੁੰਦੀਆਂ। ਤੁਸੀਂ ਜਾਂ ਪਹਾੜੀ ਤੇ ਖੜੇ ਆ ਤਾਂ ਥੱਲੇ ਵੇਖਾਂਗੇ ਆਪਾਂ, ਤਾਂ ਇੱਕ ਹੂੰ। ਮਨ ਚ ਆਉਂਦਾ ਕਿ ਡਰ ਆਉਂਦਾ ਹਨਾ। ਇਹ ਚੀਜ਼ ਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ ਉੱਥੋਂ ਤੱਕ ਠੀਕ ਹੈ ਕਿ ਇੱਕ ਵਾਰੀ ਫਸਟ ਟਾਈਮ ਅਗਰ ਕਿਸੇ ਨੇ ਕੋਈ ਪਹਾੜੀ ਤੇ ਉਚਾਈ ਤੇ ਗਿਆ ਹੈ ਤਾਂ ਹੋ ਸਕਦਾ ਉਹਦੇ ਮਨ ਦੇ ਵਿੱਚ ਉਹ ਜੰਜਨਾਹਟ ਜਿਹੜੀ ਹੈ ਡਰ ਵਾਲੀ ਉਹ ਉੱਠੇ, ਔਰ ਉੱਠਣੀ ਵੀ ਚਾਹੀਦੀ ਹੈ, ਕਿਉਂਕਿ ਉਹ ਆਪਣਾ ਇੱਕ ਜੀ ਸੁਭਾਵਿਕ ਹੈ, ਨੈਚੁਰਲ ਆਪਣਾ ਮਾਈਂਡ ਉਸ ਤਰੀਕੇ ਨਾਲ ਕੰਮ ਕਰਦਾ ਹੈ। ਆਪਾਂ ਨੂੰ ਸੰਕੇਤ ਦਿੰਦਾ ਹੈ ਕਿ ਹੁਣ ਆਪਾਂ ਇੱਕ ਡੇਂਜਰ ਜ਼ੋਨ ਵੱਲ ਚਲੇ ਗਏ ਹਾਂ। ਲੇਕਿਨ ਅਗਰ ਦੂਜੀ ਸਾਈਡ ਉਹਦੀ ਦੇਖੀ ਜਾਵੇ, ਰਿਐਲਿਟੀ ਵਾਈਜ਼ ਦੇਖਿਆ ਜਾਵੇ, ਤਾਂ ਬਹੁਤ ਸਾਰੀ ਸੇਫਟੀ ਬਿਹੇਵੀਅਰ ਆ ਕਿ ਜਦੋਂ ਵੀ ਤੁਸੀਂ ਉਚਾਈ ਪਹਾੜੀ ਤੇ ਜਾਂਦੇ ਹੋ ਉੱਥੇ ਬੈਰੀਅਰ ਲੱਗੇ ਹੁੰਦੇ ਨੇ ਕਿ ਤੁਸੀਂ ਕਿੰਨੀ ਦੂਰ ਤੱਕ ਜਾ ਸਕਦੇ ਹੋ, ਕਿੰਨੀ ਦੂਰੀ ਤੱਕ ਨਹੀਂ ਜਾ ਸਕਦੇ। ਹਾਂ ਤੇ ਜਹਾਜ਼ ਦੇ ਵਿੱਚ ਜੀ ਜੀ ਟੋਟਲੀ 100% ਸੇਫਟੀ ਹੈ, ਉਹਦੇ ਉੱਤੇ ਸੀਟ ਬੈਲਟ ਲੱਗੀ ਹੈ ਹਰ ਤਰੀਕੇ, ਔਰ ਬਹੁਤ ਸਾਰੇ ਲੋਕ ਹੋਰ ਨੇ। ਲੇਕਿਨ ਇੱਕ ਅਬ ਨੋਰਮਲਟੀ ਉਹ ਚੀਜ਼ ਹੁੰਦੀ ਹੈ ਕਿ ਸਿਰਫ ਜਹਾਜ਼ ਦਾ ਨਾਮ ਲੈਂਦਿਆਂ ਹੀ, ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਨੇ। USA ਦਾ ਇੱਕ ਇੰਡੀਆ ਦਾ ਬੰਦਾ ਸੀ, ਉਹ USA ਰਹਿੰਦਾ ਸੀ। ਇੱਕ ਦੁਬਈ ਦਾ ਕੇਸਿਸ ਸੀ, ਇੱਕ ਹੁਣੇ ਇੱਕ ਕੇਸਿਸ ਨੇ। ਉਹ ਸਿਰਫ ਇੰਡੀਆ ਤੋਂ ਇਧਰੋਂ ਤੁਰ ਗਏ, ਲੇਕਿਨ ਉਧਰੋਂ ਆਉਣਾ ਉਹਨਾਂ ਨੂੰ ਵਾਸਤੇ ਬਹੁਤ ਮੁਸ਼ਕਲ ਹੋ ਗਿਆ। ਔਰ ਇੱਕ ਪਰਸਨ ਤਾਂ ਐਵੇਂ ਦਾ ਸੀ, ਉਹ ਕਹਿੰਦਾ ਸਰ ਤੁਸੀਂ ਇੱਧਰ ਆ ਕੇ ਮੈਨੂੰ ਲੈ ਜਾਓ। ਮੈਂ ਕਿਹਾ ਇੱਕ ਵਾਰੀ ਓ ਆਪਾਂ ਕਾਉਂਸਲਿੰਗ ਕਲਾਸ ਕਰਦੇ ਹਾਂ, ਅਗਰ ਉਹਦੇ ਵਿੱਚ ਆਪਾਂ ਸਫਲ ਨਹੀਂ ਹੋਏ, ਉਸ ਤੋਂ ਬਾਅਦ ਫਿਰ ਅਗਲਾ ਸਟੈਪ ਦੇਖਾਂਗੇ। ਤੇ ਉਹਨਾਂ ਨੂੰ ਕੁਝ ਕੇਸ ਇਦਾਂ ਦੇ ਸੀ ਕਿ ਹੁਣ ਉਧਰੋਂ ਚਲੇ ਗਏ, ਲੇਕਿਨ ਉਹ ਫਲਾਈਟ ਦਾ ਜਦੋਂ ਨਾਮ ਲੈਂਦੇ ਆ, ਟਿਕਟ ਲੈਣ ਦਾ ਨਾਮ ਲੈਂਦੇ, ਉਹ ਟਿਕਟ ਹੀ ਨਹੀਂ ਲੈ ਪਾਉਂਦੇ। ਉਹ ਫੋਬੀਆ ਦੀ ਓ ਕੰਡੀਸ਼ਨਿੰਗ ਕਹਿ ਸਕਦੇ ਹਾਂ। ਹਾਂਜੀ। ਜੀ 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 ਤੇ ਜੀ। ਬਾਕੀ ਡਰ ਇੱਕ ਤੇ ਨੋਰਮਲ ਡਰ, ਉਹ ਜੰਜਨਾਹਟ ਹੋਣਾ ਇੱਕ ਨੋਰਮਲ ਹੈ, ਨੈਚੁਰਲ ਆ, ਉਹ ਕੋਈ ਡਰਨ ਵਾਲੀ ਗੱਲ ਜੀ ਨਹੀਂ। ਜੀ ਜੀ ਜੀ। ਤੇ ਫਿਰ ਇਹੋ ਜਿਹੇ ਕੇਸ ਦਾ ਸੋਲੂਸ਼ਨ ਹੁੰਦਾ ਤੁਹਾਡੇ ਕੋਲ, ਬਈ ਉਹਨਾਂ ਚੋਂ ਇਹ ਡਰ ਖਤਮ ਹੋ ਜੇ ਉੱਥੇ ਬੈਠੇ? ਡੈਫੀਨੇਟਲੀ ਹੋਇਆ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਮਿਹਨਤ ਕਰਨੀ ਪੈਂਦੀ ਹੈ ਮਿਲ ਕੇ, ਉਹਨਾਂ ਨੂੰ ਵੀ ਤੇ ਕਾਉਂਸਲਰ ਨੂੰ ਵੀ। ਉਹਦਾ ਟੀਚਰ ਵਧੀਆ ਹੋਵੇ ਤਾਂ ਡੈਫੀਨੇਟਲੀ ਉਹਨੂੰ, ਕਿਉਂਕਿ ਇਮੋਸ਼ਨਲ ਲੈਵਲ ਤੇ ਜਿਹੜੀ ਆਪਣੀ ਵਿਲ ਪਾਵਰ ਆ ਜਿਹਦੇ ਨਾਲ ਆਪਾਂ ਇਸ ਜ਼ਿੰਦਗੀ ਨੂੰ ਜੀਨੇ ਆ, ਸਰਵਾਈਵ ਕਰਦੇ ਜੀ ਆ, ਪ੍ਰੋਬਲਮਸ ਨੂੰ ਜੀ ਫੇਸ ਕਰਦੇ ਆ, ਅਗਰ ਉਹ ਨਹੀਂ ਤੇ ਛੋਟੀਆਂ ਛੋਟੀਆਂ ਪ੍ਰੋਬਲਮਸ ਹੀ ਆਪਾਂ ਨੂੰ ਇੱਕ ਪਹਾੜ ਵਰਗੀਆਂ ਜੋ ਹੈ ਉਹ ਲੱਗਣ ਲੱਗ ਪੈਂਦੀਆਂ ਨੇ। ਇਹਦੇ ਵਿੱਚ ਇੱਕ ਗੱਲ ਤੁਹਾਡੇ ਨਾਲ ਮੈਂ ਹੋਰ ਸ਼ੇਅਰ ਕਰਨੀ ਚਾਹੁੰਦਾ, ਬਹੁਤ ਇੰਪੋਰਟੈਂਟ ਆ। ਮੈਂ ਜੀ ਜ਼ਿਆਦਾਤਰ ਫੋਬੀਆ ਉਹਨਾਂ ਦੀ ਲਾਈਫ ਦੇ ਵਿੱਚ ਦੇਖਿਆ ਜਿਨ੍ਹਾਂ ਦੀ ਸ਼ੁਰੂਆਤੀ ਲਾਈਫ ਬਹੁਤ ਹੀ ਸੁਖਾਲੀ ਰਹੀ ਹੋਵੇ। ਜਿਹੜੇ ਆਪਾਂ ਕੰਡੀਸ਼ਨਿੰਗ ਦੀ ਗੱਲ ਕੀਤੀ ਕਿ ਕੋਈ ਸਿਚੁਏਸ਼ਨ ਇਦਾਂ ਦੀ ਆਈ, ਕੋਈ ਉਹਨਾਂ ਦੇ ਜੀਵਨ ਦੇ ਵਿੱਚ ਘਟਨਾ ਇਦਾਂ ਦੀ ਘਟੀ, ਜਾਂ ਉਹਨਾਂ ਨੂੰ ਉਹਨਾਂ ਤੇ ਦਬਾਅ ਬਣਾਇਆ ਗਿਆ, ਉਹ ਚੀਜ਼ ਤਾਂ ਮੈਟਰ ਕਰਦੀ ਹੀ ਕਰਦੀ ਆ। ਲੇਕਿਨ ਇੱਕ ਪੁਆਇੰਟ ਮੈਂ ਹੋਰ ਵੇਖਿਆ ਕਿ ਜਿਨ੍ਹਾਂ ਦੀ ਲਾਈਫ ਸੁਖਾਲੀ ਰਹੀ ਜ਼ਿੰਦਗੀ, ਕਿ ਜ਼ਿਆਦਾ ਉਹਨਾਂ ਨੇ ਸਟਰਗਲ ਨਹੀਂ ਕੀਤੀ, ਸਭ ਕੁਝ ਬੈਠੇ ਬਿਠਾਏ ਮਿਲ ਗਿਆ, ਫਾਈਨੈਂਸ਼ਲੀ ਸਭ ਕੁਝ ਠੀਕ ਸੀ, ਓਕੇ ਸੀ, ਉਹਨਾਂ ਨੂੰ ਮੈਂ ਬਹੁਤ ਹੀ ਜ਼ਿਆਦਾ ਸਫਰ ਕਰਦੇ ਹੋਏ ਦੇਖਿਆ ਹੈ। ਕਿਉਂਕਿ ਜਦੋਂ ਰੀਅਲ ਜ਼ਿੰਦਗੀ ਦੇ ਵਿੱਚ ਐਂਟਰੀ ਕਰਦੇ ਆ, ਔਰ ਰੀਅਲ ਜ਼ਿੰਦਗੀ ਦੇ ਵਿੱਚ ਫਿਰ ਆਪਾਂ ਨੂੰ ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਵਾਸਤੇ ਫਿਰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈ, ਔਰ ਉੱਥੇ ਹੀ ਕਈ ਤੇ ਢੇਰੀ ਢਾਕੇ ਬਹਿ ਜਾਂਦੇ ਨੇ। ਦੂਜੀਆਂ ਗੱਲਾਂ ਤੇ ਬਹੁਤ ਵੱਡੀ ਗੱਲ ਹੈ। ਜੀ ਜੀ। ਤੇ ਔਰ ਸਾਨੂੰ ਆਪਣੀ ਜਿਹੜੇ ਜ਼ਿੰਦਗੀ ਦੇ ਵਿੱਚ ਸਟਰਗਲ ਕਰਨਾ ਚਾਹੀਦਾ, ਮਿਹਨਤ ਕਰਨੀ ਚਾਹੀਦੀ, ਔਰ ਸੈਲਫ ਡਿਪੈਂਡ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਚਾਹੇ ਘਰ ਆਪਣੇ ਸਭ ਕੁਝ ਸੁੱਖ ਸੁਵਿਧਾਵਾਂ ਵੀ ਨੇ, ਤੁਸੀਂ ਬਿਲੀਵ ਕਰਿਓ ਅੱਜ ਵੀ ਮੈਂ ਖੁਦ ਆ ਕਈ ਵਾਰੀ ਰੋਟੀ ਖਾ ਕੇ ਅੱਜ ਵੀ ਮੈਂ ਆਪਣੇ ਖੁਦ ਦੇ ਬਰਤਨ ਆਪ ਸਾਫ਼ ਕਰ ਲੈਂਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਹੋਰ ਬਹੁਤ ਸਾਰੇ ਇਦਾਂ ਵਾਹ ਦੇ ਨੇ, ਮੈਂ ਕਿ ਸੈਲਫ ਡਿਫੈਂਸ ਦੇ ਨਾਲ ਮੈਂ ਕਿ ਕਿਸੇ ਤੇ ਡਿਪੈਂਡ ਨਾ ਰਹੋ। ਸਭ ਕੁਝ ਫੈਸਿਲਿਟੀ ਹੈ, ਕੋਈ ਦਿੱਕਤ ਨਹੀਂ, ਲੇਕਿਨ ਤੁਸੀਂ ਹਾਂ ਆਪਣੇ ਆਪ ਬਿਲਕੁਲ। ਨੂੰ ਡਿਪੈਂਡ ਨਾ ਬਣਾਓ ਕਿਸੇ ਤੇ, ਪਰਿਵਾਰ ਤੇ ਡਿਪੈਂਡ ਨਾ ਬਣਾਓ। ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਆਪਣੇ ਆਪ ਨੂੰ ਅਪਾਹਿਜ ਬਣਾ ਰਹੇ ਹੋ, ਰੋਗੀ ਆਪਾਂ ਖੁਦ ਆਪਣੇ ਆਪ ਨੂੰ ਬਣਾ ਰਹੇ ਹਾਂ। ਰੋਗ ਕਿਤੋਂ ਬਾਹਰੋਂ ਨਹੀਂ ਆਉਂਦਾ, ਫੋਬੀਆ ਕਿਤੇ ਬਾਹਰੋਂ ਨਹੀਂ ਆਇਆ, ਫੋਬੀਆ ਆਪਣੇ ਅੰਦਰ ਹੀ ਹੈ, ਔਰ ਉਹਨੂੰ ਡਿਵੈਲਪ ਆਪਾਂ ਜੀ ਖੁਦ ਕੀਤਾ। ਜੀ 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 ਜੀ। ਤੇ ਜਗਵੰਤ ਖੇੜਾ ਜੀ ਦਾ ਇੱਕ ਸਵਾਲ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੋਵੇਗਾ। ਪੀਂਗ ਜਦੋਂ ਵਾਪਸ ਆਉਂਦੀ ਹੈ ਤਾਂ ਮੈਨੂੰ ਡਰ ਲੱਗਦਾ ਹੈ ਕਿ ਇਹ ਕੀ ਨਾਰਮਲ ਹੈ। ਦੇਖੋ ਉਹ ਇੱਕ ਜੰਜਨਾਹਟ ਹੈ ਜੀ ਆਪਣੇ ਸਰੀਰ ਦੀ, ਉਹ ਮੇਰੇ ਨਾਲ ਵੀ ਹੁੰਦਾ। ਅਸੀਂ ਕੱਲ ਹੀ ਇੱਕ ਪੀਂਗ ਪਾਈ ਹੈ, ਤੇ ਉਹਨੂੰ ਜਦੋਂ ਇੱਕ ਲੰਬਾ ਝੂਟਾ ਲਵਾਂਗੇ
ਜਾਂ ਤੁਸੀਂ ਇੱਕ ਪੁਲ ਟੱਪ ਰਹੇ ਹੋ ਜਾਂ ਉਚਾਈ ਤੋਂ ਬਾਈਕ ਥੱਲੇ ਆ ਰਹੀ ਹੈ ਜਾਂ ਗੱਡੀ ਥੱਲੇ ਆ ਰਹੀ ਹੈ, ਉਹ ਇੱਕ ਸਰੀਰ ਦੇ ਵਿੱਚ ਜੰਜਨਾਹਟ ਹੈ, ਉਹਦੇ ਤੋਂ ਇੱਕ ਡਰਨ ਵਾਲੀ ਕੋਈ ਗੱਲ ਨਹੀਂ ਗੀ। ਉਹ ਆਪਾਂ ਇਹ ਕਹਿ ਜੀ ਸਕਦੇ ਜੀ ਕਿ ਥੋੜਾ ਜਿਹਾ ਆਪਾਂ ਇਮੋਸ਼ਨਲੀ ਜ਼ਿਆਦਾ ਹੈ, ਸੈਂਸਿਟਿਵ ਪਰਸਨ ਜਿਹੜੇ ਜ਼ਿਆਦਾ ਹੁੰਦੇ ਨੇ, ਜਾਂ ਜਿਵੇਂ ਬੱਚੇ ਹੁੰਦੇ ਨੇ, ਬੱਚਿਆਂ ਨੂੰ ਜਦੋਂ ਪੀਂਘ ਥੱਲੇ ਨੂੰ ਆਵੇ ਜਾਂ ਇੱਕ ਸਰਕਲ ਹੁੰਦਾ ਜੀ ਸਰਕ ਦੂਸਰੇ ਵਿੱਚ ਗਰਾਊਂਡ ਦੇ ਵਿੱਚ ਇੱਕ ਝੂਲਾ ਹੁੰਦਾ ਹੈ, ਉੱਚਾ ਤੱਕ ਝੂਲਾ ਜਾਂਦਾ ਹੈ, ਬਿਲਕੁਲ ਬਿਲਕੁਲ ਲੇਕਿਨ ਜਦੋਂ ਉਹ ਉਹੀ ਮੈਂ ਥੱਲੇ ਗੱਲ ਆਉਂਦਾ ਹੈ ਕਰ ਤੇ ਕੰਪਨ ਆਉਂਦੀ ਹੈ। ਉਹ ਅਸੀਂ ਵੀ, ਮੈਂ ਵੀ ਟਰਾਈ ਹੂੰ ਕੀਤਾ ਸੀ ਤੇ ਮੇਰੇ ਨਾਲ ਵੀ ਸੇਮ ਸਿਚੁਏਸ਼ਨ ਸੀਗੀ, ਲੇਕਿਨ ਜੀ ਉਹਨੂੰ ਜੀ ਦੇਖਦਿਆਂ ਹੀ ਵੋਮਿਟਿੰਗ ਹੋ ਜਾਣਾ, ਚੱਕਰ ਆਉਣ ਲੱਗ ਜਾਣਾ, ਉਹ ਇੱਕ ਬਿਮਾਰੀ ਹੈ ਕਿ ਝੂਲੇ ਨੂੰ ਤੁਸੀਂ ਦੇਖਿਆ, ਜੀ ਦੂਰ ਖੜੇ ਹੋ, ਝੂਲੇ ਦੇ ਨੇੜੇ ਨਹੀਂ ਗਏ, ਹਾਂ ਬੈਠੇ ਨਹੀਂ, ਹਾਂ ਉਹਨੂੰ ਦੇਖਿਆ, ਤੁਹਾਨੂੰ ਜੀ ਵੋਮਿਟਿੰਗ ਹੋਣੀ ਸ਼ੁਰੂ ਹੋ ਗਈ, ਉਲਟੀ ਆ ਰਹੀ ਆ, ਤੁਹਾਡੇ ਪਸੀਨਾ ਆ ਰਿਹਾ ਹੈ ਜੀ ਤੇ ਤੁਸੀਂ ਉਹਨੂੰ ਦੇਖਣਾ ਪਸੰਦ ਨਹੀਂ ਕਰ ਰਹੇ, ਉਹ ਬਿਮਾਰੀ ਹੈ, ਉਹ ਰੋਗ ਹੈ। ਲੇਕਿਨ ਦੂਜੀ ਜਿਹੜੀ ਆਹ ਗੱਲ ਕਰ ਰਹੇ ਨੇ ਜਸਵੰਤ ਸਿੰਘ ਜੀ, ਇਹ ਆਪਣੀ ਬੋਡੀ ਦੀ ਹੂੰ ਜੰਜਨਾਹਟ ਇੱਕ ਨਾਰਮਲ ਗੱਲ ਹੈ, ਉਹ ਕਿਸੇ ਨੂੰ ਵੀ ਹੋ ਸਕਦਾ ਹੈ। ਇਹ ਜੀ ਜੰਜਨਾਹਟ ਜੀ ਦੀ ਜੀ ਗੱਲ ਜੀ ਕਰ ਰਹੇ, ਮੈਨੂੰ ਖੁਦ ਨੂੰ ਹੁੰਦੀ ਹੈ। ਹਾਂ ਤੇ ਉਹ ਜੀ, ਝੂਲੇ ਵਾਲੀ ਗੱਲ ਕਹੀ ਤੇ ਲੋਕ ਮੈਂ ਦੇਖਿਆ ਕਿ ਉਹ ਉਹਦੇ ਵਿੱਚ ਉਹਨਾਂ ਨੂੰ ਅੱਛਾ ਵੀ ਲੱਗਦਾ, ਪਰ ਉਹ ਚੀਕਾਂ ਮਾਰਦੇ ਹੁੰਦੇ ਆ ਨਾ, ਬਈ ਜਦੋਂ ਚੀਕਾਂ ਘੁੰਮ ਰਿਹਾ ਮਾਰਦੇ ਹੁੰਦਾ ਹੁੰਦੇ ਆ, ਬਹੁਤ ਘੁੰਮ ਰਿਹਾ ਹੁੰਦਾ। ਹਾਂਜੀ, ਜੀ ਜੀ ਮੈਂ ਵੀ ਇਸ ਸਿਚੁਏਸ਼ਨ ਚੋਂ ਲੰਘੀ ਆ, ਪਰ ਏਦਾਂ ਨਹੀਂ ਲੱਗਦਾ ਕਿ ਵੀ ਦੇਖ ਲਿਆ ਔਰ ਡਰ ਲੱਗਣ ਲੱਗ ਜੇ ਵੀ ਨਹੀਂ ਇਹ ਹੋ ਜਾਊਗਾ ਹਾਂ, ਮੇਰੇ ਨਹੀਂ, ਨਾਲ ਇਹ ਏਦਾਂ ਨਹੀਂ ਸਿਚੁਏਸ਼ਨ ਇੱਕ ਨਾਰਮਲ ਸਿਚੁਏਸ਼ਨ ਨੇ ਜਿਹੜੀ ਜਸਵੰਤ ਜੀ ਕਹਿ ਰਹੇ ਆ, ਨਾਰਮਲ ਸਿਚੁਏਸ਼ਨ ਆ, ਨਾਰਮਲ ਆ। ਜੀ 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 ਤੇ ਜੇ ਅਸੀਂ ਤੁਸੀਂ ਸੈਂਸਿਟਿਵ ਦੀ ਗੱਲ ਕੀਤੀ, ਇੱਕ ਗੱਲ ਵੈਸੇ ਮੈਨੂੰ ਯਾਦ ਆ ਰਹੀ ਹੈ, ਉਹ ਫੋਬੀਆ ਨਾਲ ਬੇਸ਼ੱਕ ਰਿਲੇਟਡ ਨਹੀਂ, ਜਦੋਂ ਸਾਨੂੰ ਛੇਤੀ ਰੋਣਾ ਆ ਜਾਂਦਾ ਹੈਗਾ ਹਨਾ, ਆਪਣੀਆਂ ਇਹਨਾਂ ਹੂੰ, ਗੱਲਾਂ ਨਾਲ ਹੀ ਰਿਲੇਟਡ, ਕੋਈ ਆਪਾਂ ਸੀਰੀਅਲ ਦੇਖਦੇ ਆ, ਫਿਲਮ ਦੇਖਦੇ ਆ, ਜਾਂ ਮੈਨੂੰ ਤਾਂ ਇਦਾਂ ਹੁੰਦਾ ਮੈਂ ਕੁਝ ਇਮੋਸ਼ਨਲ ਪੜ੍ਹ ਵੀ ਲਵਾਂ ਤੇ ਅੱਖਾਂ ਚੋਂ ਹੰਝੂ ਆਪ ਮੁਹਾਰੇ ਵਹਿਣ ਲੱਗ ਜਾਂਦੇ ਹਾਂਜੀ, ਆ। ਹਾਂਜੀ, ਇਹ ਚੀਜ਼ਾਂ ਹਾਂਜੀ। ਕਿਉਂ ਹੁੰਦੀਆਂ? ਇਹ ਇੱਕ ਬਿਮਾਰੀ ਹੈ ਜਾਂ ਇਹ ਨੈਚੁਰਲ ਹੈ? ਇਹ ਨੈਚੁਰਲ ਆਪਣਾ ਇਮੋਸ਼ਨ ਆ ਜੀ, ਇਹ ਜੀ ਆਪਣੇ ਇਮੋਸ਼ਨ ਨੇ, ਔਰ ਜਦੋਂ ਆਪਣੇ ਹੂੰ ਇਮੋਸ਼ਨ ਦੇ ਅਕੋਰਡਿੰਗ ਕੋਈ ਸਿਚੁਏਸ਼ਨ ਇਦਾਂ ਦੀ ਬਣਦੀ ਆ ਤੇ ਆਪਾਂ ਉੱਥੇ ਹੂੰ ਇਮੋਸ਼ਨਲੀ ਭਾਵੁਕ ਜਿਹੜੇ ਆ ਹੋ ਹੀ ਜਾਂਦੇ ਆ। ਇਹਨੂੰ ਆਪਾਂ ਕੋਈ ਜੀ ਬਿਮਾਰੀ ਦਾ ਜੀ ਨਾਮ ਨਹੀਂ ਦੇ ਸਕਦੇ, ਇਹ ਨਾਰਮਲ ਨੇ, ਜੀ ਇਹ ਜੀ ਨਾਰਮਲ ਗੱਲਾਂ ਨੇ। ਲੇਕਿਨ ਉੱਥੇ ਹੂੰ ਹੀ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਹੂੰ ਉਹਨਾਂ ਵਾਸਤੇ ਉਹੀ ਸਿਚੁਏਸ਼ਨ ਬਿਲਕੁਲ ਨਾਰਮਲ ਹੁੰਦੀ ਆ, ਉਹਨਾਂ ਨੂੰ ਰੋਣਾ ਨਹੀਂ ਹੁੰਦਾ, ਉਹ ਭਾਵੁਕ ਨਹੀਂ ਹੁੰਦੇ। ਬਿਲਕੁਲ ਉੱਥੇ ਫਿਰ ਆਪਾਂ ਨੂੰ ਸਟਰੋਂਗ ਹੋਣ ਦੀ ਲੋੜ ਆ ਕਿ ਆਪਾਂ ਡਿਸੀਜਨ ਜਿਹੜੇ ਆ ਉਹ ਸਟਰੋਂਗ ਹੋ ਕੇ ਲੈਣੇ ਆ, ਬੁੱਧੀਮਾਨੀ ਨਾਲ ਲੈਣੇ ਆ। ਫਿਰ ਆਪਣੇ ਉੱਥੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਆਪਣੇ ਜਿਹੜਾ ਆਪਣਾ ਮਨ ਆ ਉਹ ਆਪਣੀ ਬੁੱਧੀ ਤੇ ਹਾਵੀ ਹੋ ਗਿਆ, ਇਹ ਤੁਸੀਂ ਕਹਿ ਸਕਦੇ ਹੋ। ਇੰਨੀ ਗੱਲ ਤੁਸੀਂ ਐਗਰੀ ਕਰਦਾ ਮੈਂ ਕਿ ਆਪਣੀ ਜੀ ਜੀ ਬੁੱਧੀ ਤੇ ਆਪਣਾ ਮਨ ਹਾਵੀ ਹੋ ਗਿਆ ਤੇ ਆਪਾਂ ਕਿਸੇ ਵੀ ਸਿਚੁਏਸ਼ਨ ਨੂੰ ਦੇਖਿਆ ਤੇ ਰੋਣ ਲੱਗ ਗਏ। ਜੀ 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 ਤੇ ਅੱਜ ਦਾ ਵਿਸ਼ਾ ਜਿਹੜਾ ਫੋਬੀਆ ਨਾਲ ਰਿਲੇਟਡ ਸੀ, ਤੇ ਮੈਨੂੰ ਲੱਗਦਾ ਸਾਡੇ ਸਰੋਤੇ, ਸਾਡੇ ਦਰਸ਼ਕਾਂ ਦਾ ਜੋ ਮਨ 'ਚ ਕਈ ਸਵਾਲ ਹੋਣਗੇ, ਉਹਨਾਂ ਦੇ ਜਵਾਬ ਉਹਨਾਂ ਨੂੰ ਮਿਲ ਗਏ ਹੋਣਗੇ। ਤੇ ਏਦਾਂ ਹੀ ਅਸੀਂ ਨਵੇਂ-ਨਵੇਂ ਵਿਸ਼ਿਆਂ ਤੇ ਗੱਲਬਾਤ ਹਰ ਸੋਮਵਾਰ ਕਰਦੇ ਰਵਾਂਗੇ ਤੇ ਇਸੇ ਟਾਈਮ ਸੋਮਵਾਰ ਨੂੰ ਹਾਜ਼ਰ ਹੋਵਾਂਗੇ ਫਿਰ। ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਇੱਥੇ ਹੀ ਸਮਾਪਨ ਕਰਦੇ ਹਾਂ ਆਪਣੀ ਗੱਲਬਾਤ ਦਾ। ਬਹੁਤ-ਬਹੁਤ ਸ਼ੁਕਰੀਆ ਦਿਲਬਾਗ ਜੀ, ਤੁਸੀਂ ਹਰ ਸੋਮਵਾਰ ਜੀ, ਸਮਾਂ ਦਿੰਦੇ ਹੋ ਧੰਨਵਾਦ ਜੀ, ਤੇ ਸਾਡੇ ਧੰਨਵਾਦ। ਜੁੜੇ ਜੀ ਸਵਾਲਾਂ ਦੇ ਜਵਾਬ ਦਿੰਦੇ ਹੋ। ਤੇ ਕਾਫ਼ੀ ਹੱਦ ਤੱਕ ਮੈਨੂੰ ਲੱਗਦਾ ਕਿ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਫਾਇਦਾ ਹੁੰਦਾ। ਤੇ ਇੱਕ ਵਾਰ ਤੁਸੀਂ ਆਪਣਾ ਨੰਬਰ ਦੱਸ ਦਿਓ, ਵੈਸੇ ਮੈਂ ਪੋਸਟਰ ਤੇ ਵੀ ਸ਼ੇਅਰ ਕੀਤਾ ਹੋਇਆ ਨੰਬਰ ਤੁਹਾਡਾ ਨਾਲ ਲਿਖਿਆ, ਤੇ ਇੱਕ ਵਾਰ ਤੁਸੀਂ ਵੀ ਕਿ ਇਸ ਨਾਲ ਰਿਲੇਟਡ ਕੋਈ ਵੀ ਮਾਨਸਿਕ ਬਿਮਾਰੀ ਨਾਲ ਸੰਬੰਧਿਤ ਕੋਈ ਵੀ ਕੁਐਸਚਨ ਤੁਹਾਡੇ ਮਨ 'ਚ ਹੋਵੇ, ਤੁਹਾਡੇ ਘਰ 'ਚ ਇਹ ਸਮੱਸਿਆ ਹੋਵੇ, ਤੁਹਾਡੇ ਆਸ-ਪਾਸ ਹੋਵੇ, ਤੁਸੀਂ ਕਿਸੇ ਦੀ ਵੀ ਹੈਲਪ ਕਰ ਸਕਦੇ ਹੋ ਹਨਾ। ਕਈ ਵਾਰ ਅਗਲੇ ਜੀ ਨੂੰ ਨਹੀਂ ਬਿਲਕੁਲ। ਪਤਾ ਲੱਗਦਾ ਤੇ ਅਸੀਂ ਗਾਈਡ ਹੂੰ, ਕਰ ਹੂੰ, ਸਕਦੇ ਹਾਂ। ਅਤੇ ਤੁਹਾਡਾ ਨੰਬਰ ਦੱਸ ਦਿਓ ਪਲੀਜ਼। ਜੀ, ਅਗਰ ਕੋਈ ਵੀ ਸੰਪਰਕ ਕਰਨਾ ਚਾਹੁੰਦਾ ਤੇ ਉਹ 97-281 ਤੇ 06839 ਤੇ ਸੰਪਰਕ ਕਰ ਸਕਦਾ ਹੈ। 97-295 ਤੇ 06839 ਤੇ ਉਹ ਮੇਰੇ ਨਾਲ ਗੱਲ ਕਰ ਸਕਦਾ ਜੀ। ਜੀ ਜੀ ਸਾਡੇ ਨਾਲ ਸੀਮਾ ਭਾਟੀਆ ਜੀ ਜੁੜੇ ਨੇ ਤੇ ਉਹਨਾਂ ਨੇ ਪੁੱਛਿਆ ਕਿ ਜ਼ਿਆਦਾ ਸੰਵੇਦਨਸ਼ੀਲ ਹੋਣਾ ਵੀ ਆਮ ਤੌਰ ਤੇ ਖੁਦ ਲਈ ਖਤਰਨਾਕ ਹੁੰਦਾ ਹੈ, ਇਸ ਲਈ ਕੋਈ ਹੂੰ, ਸਲਾਹ ਹੈ, ਦਵਾਈ ਹੈ? ਕਈ ਵਾਰ ਅਸੀਂ ਜ਼ਿਆਦਾ ਦੇਖੋ। ਫੈਸਲੇ ਵੀ ਲੈ ਲੈਂਦੇ ਹਾਂ ਸੰਵੇਦਨਸ਼ੀਲ ਹੋ ਕੇ, ਹਨਾ, ਜਾਂ ਹੂੰ, ਕਿਸੇ ਤੇ ਭਰੋਸਾ ਕਰ ਲੈਂਦੇ ਆ, ਕੋਈ ਸਾਹਮਣੇ ਵਾਲੇ ਨੇ ਹੂੰ, ਇਸ ਤਰ੍ਹਾਂ ਦੀ ਗੱਲ ਕਹੀ ਹਨਾ, ਬਈ ਆਪਾਂ ਜੀ, ਭਰੋਸਾ ਕਰ ਲਿਆ, ਬਟ ਉਹਦਾ ਭਾਵਨਾਵਾਂ ਉਹਦੀਆਂ ਸਾਹਮਣੇ ਵਾਲੇ ਦੀਆਂ ਆਪਾਂ ਸਮਝ ਨਹੀਂ ਸਕਦੇ, ਉਹਦਾ ਇਰਾਦੇ ਕੁਛ ਹੋਰ ਹੁੰਦੇ ਆ।
ਤੇ ਇਹ ਸਾਡੇ ਲਈ ਹੂੰ ਇਹਨਾਂ ਦਾ ਸਹੀ ਕੁਐਸਚਨ ਹੈ, ਤੁਸੀਂ ਜਵਾਬ ਦਿਓ ਜੀ। ਦੇਖੋ, ਇਹਦੇ ਵਿੱਚ ਮੈਂ ਇਹ ਗੱਲ ਹੀ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਸੰਵੇਦਨਸ਼ੀਲਤਾ ਜਿਹੜਾ ਉਹ ਮਨੁੱਖ ਦਾ ਇੱਕ ਸੁਭਾਅ ਹੈ, ਠੀਕ ਹੈ। ਉਹਦੇ ਵਿੱਚ ਫਿਰ ਆਪਾਂ ਜਦੋਂ ਉਸ ਸਿਚੁਏਸ਼ਨ ਦੇ ਵਿੱਚ ਜਾਂਦੇ ਆ, ਉਹਦੇ ਵਿੱਚ ਜੀ ਜਿਹੜੀ ਆਪਣੀ ਬੁੱਧੀ ਆ, ਜਿਹੜਾ ਫੈਕਟ ਆ, ਉਸ ਲੈਵਲ ਤੇ ਫਿਰ ਜਾ ਕੇ ਆਪਾਂ ਨੂੰ ਜਿਹੜੇ ਆ ਉਹ ਡਿਸੀਜਨ ਲੈਣੇ ਪੈਣਗੇ। ਤੇ ਜਿਵੇਂ ਇਹਨਾਂ ਨੇ ਕਹੀ ਕਿ ਇਸ ਦੇ ਵਾਸਤੇ ਕੋਈ ਦਵਾਈ ਦੀ ਲੋੜ ਹੈ, ਤੇ ਦਵਾਈ ਇਹਦੇ ਵਿੱਚ ਕੰਮ ਨਹੀਂ ਕਰਦੀ। ਇਹਦੇ ਵਾਸਤੇ ਆਪਾਂ ਨੂੰ ਜਿਵੇਂ ਐਜੂਕੇਸ਼ਨ ਦੀ ਹੀ ਲੋੜ ਆਪਾਂ ਨੂੰ ਪਊਗੀ। ਐਜੂਕੇਸ਼ਨ ਤੋਂ ਭਾਵ ਕਿ ਜਿਵੇਂ ਅੱਜ ਬਹੁਤ ਸਾਰੀਆਂ ਧਾਰਮਿਕ ਕਿਤਾਬਾਂ ਨੇ, ਗੀਤਾ ਹੈ, ਕੁਰਾਨ ਹੈ ਜਾਂ ਗ੍ਰੰਥ ਹੈ, ਉਹਨਾਂ ਨੂੰ ਪੜ੍ਹ ਕੇ ਇੱਕ ਸਮਝ ਲੈ ਸਕਦੇ ਆ। ਇੱਕ ਕਾਉਂਸਲਰ ਦੇ ਨਾਲ ਗੱਲ ਕਰਕੇ ਆਪਣੇ ਮਨ ਦੀ ਅਵਸਥਾ ਨੂੰ ਸਮਝਿਆ ਜਾ ਸਕਦਾ ਹੈ। ਕਿ ਜਿਵੇਂ ਗੁਰਬਾਣੀ ਦੇ ਵਿੱਚ ਬਹੁਤ ਗੱਲਾਂ ਇਦਾਂ ਦੀਆਂ ਲਿਖੀਆਂ ਹੋਈਆਂ ਨੇ ਜੋ ਆਪਾਂ ਨੂੰ ਇੱਕ ਸੇਧ ਦਿੰਦੀਆਂ ਨੇ। ਕਿ ਜਿਵੇਂ ਇੱਕ ਗੱਲ ਉਹਦੇ ਵਿੱਚ ਏਦਾਂ ਕਿ ਮਨ ਨੀਵਾ ਮਤ ਉੱਚੀ, ਇੱਥੇ ਮਤ ਉੱਚੀ ਕਰਨ ਦੀ ਲੋੜ ਹੈ। ਤਾਂ ਹੀ ਆਪਾਂ ਇਸ ਬੁੱਧੀ ਦੇ ਨਾਲ, ਇਸ ਵਿਵੇਕ ਦੇ ਨਾਲ, ਇਸ ਸਮਝ ਦੇ ਨਾਲ ਉਸ ਮਨ ਤੇ ਜਿਹੜੀ ਹੈ ਉਹ ਠੱਲ ਪਾ ਸਕਦੇ ਆ ਤੇ ਸੰਵੇਦਨਸ਼ੀਲਤਾ ਨੂੰ ਕੰਟਰੋਲ ਕਰ ਸਕਦੇ ਆ। ਤੇ ਸਾਈਕੋਲੋਜੀਕਲ ਲੈਵਲ ਤੇ ਐਜੂਕੇਸ਼ਨ ਹੋਣਾ ਬਹੁਤ ਜ਼ਰੂਰੀ ਆ। ਤੇ ਆਪਣੇ ਜਿਹੜੇ ਡਿਸੀਜਨਾਂ ਦੀ ਤੁਸੀਂ ਜਿਵੇਂ ਗੱਲ ਕਰ ਰਹੇ ਸੀ ਕਿ ਭਾਵਕ ਹੋ ਕੇ ਆਪਾਂ ਕੋਈ ਡਿਸੀਜਨ ਲੈ ਲੈਂਦੇ ਆ, ਉਹਦੇ ਵਿੱਚ ਜਦੋਂ ਆਪਾਂ ਫੈਕਟ ਦੇਖਾਂਗੇ, ਰਿਐਲਿਟੀ ਦੇਖਾਂਗੇ ਕਿ ਜਿਵੇਂ ਕੋਈ ਚੀਜ਼ ਆਪਾਂ ਲੈ ਰਹੇ ਆ, ਆਪਾਂ ਦੇਖਾ ਦੇਖੀ ਕੋਈ ਲੈ ਲਈ, ਦੇਖਾ ਦੇਖੀ ਲੈ ਲਈ, ਲੇਕਿਨ ਉਹਦੀ ਰਿਐਲਿਟੀ ਦੇਖਾਂਗੇ ਕਿ ਕੀ ਮੈਨੂੰ ਲੋੜ ਸੀਗੀ ਕਿ ਨਹੀਂ। ਸਿਰਫ ਇੰਨੀ ਗੱਲ ਦੇਖਣ ਦੀ ਲੋੜ ਹੈ, ਤੁਹਾਡਾ ਡਿਸੀਜਨ ਬਦਲ ਜਾਏਗਾ ਕਿ ਲੋੜ ਨਹੀਂ। ਇਸ ਤਰੀਕੇ ਨਾਲ ਆਪਾਂ ਨੂੰ ਸੋਚ ਬਣਾਉਣੀ ਪਊਗੀ। ਹਾਂਜੀ। ਜਗਵੰਤ ਖੇੜਾ ਜੀ ਕਹਿੰਦੇ ਕਵੀ ਹੁੰਦੇ ਭਾਵਕ ਹਨ। ਜੀ ਬਿਲਕੁਲ, ਜੀ ਤਾਂ ਹੀ ਲਿਖਿਆ ਜਾਂਦਾ। ਮੇਰੀ ਗੱਲ ਤੇ ਸ਼ਾਇਦ ਉਹ ਕਹਿ ਰਹੇ ਨੇ ਕਿ ਜਲਦੀ ਰੋਣਾ ਆ ਜਾਂਦਾ ਕਿਸੇ ਚੀਜ਼ ਨੂੰ ਦੇਖ ਕੇ। ਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਨਾਲ ਜੁੜਨ ਵਾਸਤੇ ਸਾਡੇ। ਤੇ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਲੱਗਦਾ ਅੱਜ ਮਿਲ ਗਏ ਹੋਣਗੇ। ਫਿਰ ਵੀ ਤੁਹਾਡੇ ਦਿਮਾਗ 'ਚ ਕੋਈ ਸਵਾਲ ਹੈ ਤਾਂ ਤੁਸੀਂ ਸਰ ਦੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਸਾਨੂੰ ਵੀ ਆਪਣੇ ਕੁਐਸਚਨ ਭੇਜ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਅਸੀਂ ਨਾਮ ਵੀ ਤੁਹਾਡਾ ਨਸ਼ਰ ਨਹੀਂ ਕਰਾਂਗੇ, ਤੁਹਾਡੀ ਸਮੱਸਿਆ ਦਾ ਹੱਲ ਲੱਭ ਦੇਵਾਂਗੇ ਜੀ। ਸਵਰਨ ਹਸਤੇਵਾਲੀਆ ਜੀ ਕਹਿੰਦੇ ਡਿਊਟੀ ਤੇ ਹਾਂ ਤਾਂ ਵੀ ਜੁੜੇ ਰਹਿੰਦੇ ਨੇ, ਵਿੱਚੋਂ ਵਿੱਚੋਂ ਪ੍ਰੋਗਰਾਮ ਦੇਖਦੇ ਜੀ ਰਹਿੰਦੇ ਬਹੁਤ ਨੇ। ਬਹੁਤ ਤੇ ਸਵਾਗਤ ਹੈ ਜਗਦੀਪ ਜੀ, ਸਿੰਘ ਵੈਲਕਮ ਹੈ ਮਾਸਟਰ ਜੀ ਮਾਸਟਰ ਜੀ ਜੁੜੇ ਰਹੇ ਨੇ, ਜੁੜ ਗਏ ਨੇ। ਕਹਿੰਦੇ ਕਿ ਦਿਲਬਾਗ ਸਿੰਘ ਜੀ ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਮੇਰਾ ਵਿਦਿਆਰਥੀ ਹੈ ਤੇ ਮੈਨੂੰ ਮਾਣ ਹੈ ਇਸ ਗੱਲ ਅੱਛਾ ਦਾ। ਜੀ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਜੀ ਜਗਦੀਸ਼ ਸਿੰਘ ਜੀ, ਹਾਂਜੀ। ਤੇ ਬਹੁਤ ਦਿਨਾਂ ਬਾਅਦ ਜੁੜੇ ਨੇ ਭਾਜੀ, ਬਹੁਤ ਸ਼ੁਕਰੀਆ ਜੀ। ਸਟੂਡੀਓ 'ਚ ਵੀ ਆਏ ਔਰ ਗੱਲਬਾਤ ਕੀਤੀ, ਕਿਤਾਬ ਵੀ ਇਹ ਲੈ ਕੇ ਗਏ ਮੇਰੇ ਤੋਂ ਤੇ ਬਹੁਤ ਮਾਣ ਸਤਿਕਾਰ ਦਿੱਤਾ ਤੇ ਬਹੁਤ ਹੀ ਇਹਨਾਂ ਤੋਂ ਅਸੀਂ ਇਨਸਾਨ ਮਤਲਬ ਪੰਜਾਬੀ ਜੀ ਸਰ ਤੋਂ ਪੰਜਾਬੀ ਅਸੀਂ ਸਿੱਖੀ ਹੈ। ਤੇ 6ਵੀਂ ਤੋਂ ਲੈ ਕੇ 6ਵੀਂ 7ਵੀਂ ਔਰ 8ਵੀਂ ਕਲਾਸ ਸਰ ਤੋਂ ਅਸੀਂ ਕੀਤੀ ਹੈ। ਉਹਦੇ ਸਾਡਾ ਜਿਹੜਾ ਸਰ ਦਾ ਸਬਜੈਕਟ ਸੀ ਉਹ ਪੰਜਾਬੀ ਸੀਗਾ। ਜੀ 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 ਬਿਲਕੁਲ, ਹੁਣ ਵੀ ਸਰ ਪੰਜਾਬੀ ਸਬਜੈਕਟ ਨਾਲ ਹੀ ਜੁੜੇ ਹੋਏ ਨੇ ਤੇ ਬਹੁਤ ਜੁੜੇ ਬਹੁਤ ਹੋਏ ਨੇ, ਸ਼ੁਕਰੀਆ ਹਾਂਜੀ। ਜੀ ਤੁਸੀਂ। ਹਾਂ ਤੇ ਸੀਮਾ ਭਾਟੀਆ ਜੀ ਕਹਿੰਦੇ ਨੇ ਦੁਆਵਾਂ ਸਤਿਕਾਰ ਜੀਓ। ਤੁਹਾਡੇ ਲਈ ਵੀ ਜੀ ਬਹੁਤ ਸ਼ੁਕਰੀਆ, ਕਿਉਂਕਿ ਤੁਸੀਂ ਪ੍ਰੋਗਰਾਮ ਨਾਲ ਜੁੜੇ ਰਹਿੰਦੇ ਹੋ ਤੇ ਹੌਸਲਾ ਅਫਜਾਈ ਹੁੰਦੀ ਹੈ ਇਹਦੇ ਨਾਲ। ਜੀ ਤੇ ਲਵ ਮਨਿੰਦਰ ਜੀ ਸਾਡੇ ਨਾਲ ਜੁੜੇ ਨੇ ਤੇ ਸਾਡੀਆਂ ਗੱਲਾਂ ਤੇ ਉਹਨਾਂ ਨੇ ਰਾਈਟ ਲਿਖਿਆ। ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਪ੍ਰੋਗਰਾਮ ਨਾਲ ਜੁੜਨ ਵਾਸਤੇ। ਅਗਲੇ ਸੋਮਵਾਰ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ। ਤੇ ਦਿਲਬਾਗ ਸਿੰਘ ਜੀ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਕੀਮਤੀ ਸਮਾਂ ਜੀ, ਕੱਢਿਆ ਬਹੁਤ ਬਹੁਤ ਤੇ ਧੰਨਵਾਦ ਜੀ, ਗੱਲਬਾਤ ਸਾਡੀ। ਧੰਨਵਾਦ ਜੀ ਬਹੁਤ ਠੀਕ, ਸ਼ੁਕਰੀਆ। ਤੇ ਸ਼ੁਕਰੀਆ। ਹੁਣ ਪ੍ਰੋਗਰਾਮ ਦਾ ਸਮਾਂ ਹੋ ਗਿਆ। ਆਪਣੀ ਦੋਸਤ ਤੇ ਹੋਸਟ ਕਰਮਜੀਤ ਨੂੰ ਦਿਓ ਇਜਾਜ਼ਤ। ਦੁਪਹਿਰ 1 ਵਜੇ ਫਿਰ ਮਿਲਾਂਗੇ ਪ੍ਰੋਗਰਾਮ ਸਾਂਝ ਦਿਲਾਂ ਦੀ ਨਾਲ। ਹੱਸਦੇ ਵਸਦੇ ਰਹੋ, ਦੁਆਵਾਂ ਨਾਲ।